Good morning to one and all. Hello students, this is Varun Goyal, your maths teacher, with a new chapter of class plus 2 inverse trigonometric functions from our Raikot Public School, Raikot. So dear students, you can follow me on YouTube as well as on Instagram also for the more informations regarding your studies and study material also. You can ask me on Insta and you can ask me on YouTube also. So today with a new chapter, that chapter is inverse trigonometric function. We will continue here our new topic. As you all know that this time COVID-19 is there, so according to CBSE there are some guidelines that they are going to reduce 30% of your syllabus. In this chapter deduction is also there, syllabus deduction is also there. I am talking about that deduction is that you are having this time, you are having only a one exercise. That one exercise is only 2.1, that means 2.2 is now not in your syllabus for this year only. So guys, let us see what is 2.1 exercise and how we can solve these questions easily. देखो स्टूडेंट्स, ਤੁਸੀਂ ਇਸ ਐਕਸਰਸਾਈਜ਼ ਨੂੰ ਈਜ਼ੀ ਵੀ ਕਹਿ ਸਕਦੇ ਹੋ, ਬਹੁਤ ਈਜ਼ੀ ਐਕਸਰਸਾਈਜ਼ ਹੈ, ਬਟ ਉਹਦੇ ਲਈ ਕੁਝ ਟ੍ਰਿਕਸ ਨੇ, ਜਿਹੜੇ ਟ੍ਰਿਕਸ ਤੁਹਾਨੂੰ ਚੰਗੀ ਤਰ੍ਹਾਂ ਸਿੱਖਣੇ ਪੈਣੇ ਨੇ. ਜੇ ਤੁਸੀਂ ਟ੍ਰਿਕਸ ਚੰਗੀ ਤਰ੍ਹਾਂ ਸਿੱਖੋਗੇ ਦੈਨ ਓਨਲੀ ਯੂ ਆਰ ਏਬਲ ਟੂ ਸੋਲਵ ਦਾ ਕੁਐਸਚਨਸ ਨੂੰ ਪ੍ਰੋਪਰ ਤਰੀਕੇ ਨਾਲ ਸੋਲਵ ਕਰਨੀ. ਤੁਹਾਨੂੰ ਸਾਰੇ ਟ੍ਰਿਕਸ ਕੀ ਕਰਨੇ ਪੈਣੇ ਆ, ਪ੍ਰੋਪਰ ਸਿੱਖਣੇ ਪੈਣੇ ਨੇ. ਠੀਕ ਹੈ ਜੀ. ਸੋ ਉਹ ਟ੍ਰਿਕਸ ਤੁਹਾਨੂੰ ਕਿਵੇਂ ਯਾਦ ਰਹਿਣਗੇ ਉਹ ਦੇਖਦੇ ਹਾਂ. ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਇਨਵਰਸ ਫੰਕਸ਼ਨ. ਇਨਵਰਸ ਫੰਕਸ਼ਨ ਹੁੰਦਾ ਕੀ ਆ? ਫਸਟ ਚੈਪਟਰ ਦੇ ਵਿੱਚ ਇਹ ਟੌਪਿਕ ਡਿਲੀਟਡ ਹੈ. ਇਨਵਰਸ ਕੀ ਹੁੰਦਾ ਵਾ, ਇਨਵਰਸ ਕਿਵੇਂ ਫਾਈਂਡ ਕਰਨਾ ਆਪਾਂ, ਨਾਟ ਇਨਵਰਸ ਕੀ ਹੁੰਦਾ ਉਹ ਡਿਲੀਟ ਨਹੀਂ ਹੈ. ਇਨਵਰਸ ਤਾਂ ਆਪਾਂ ਨੂੰ ਪਤਾ ਹੀ ਆ, ਇਫ ਆ ਫੰਕਸ਼ਨ ਇਜ਼ 1 ਐਂਡ ਔਨ ਟੂ ਦੈਨ ਇਟ ਇਜ਼ ਇਨਵਰਟੀਬਲ. ਤਾਂ ਉਹ ਫੰਕਸ਼ਨ ਕੀ ਹੈ? ਇਨਵਰਟੀਬਲ ਹੈ, ਮਤਲਬ ਉਸ ਫੰਕਸ਼ਨ ਦਾ ਇਨਵਰਸ ਐਗਜ਼ਿਸਟ ਕਰਦਾ ਆਪਣੇ ਕੋਲੇ. ਬਟ ਹੁਣ ਇਸ ਚੈਪਟਰ ਦੇ ਵਿੱਚ ਆਪਾਂ ਕੀ ਕਰਨਾ ਵਾ, ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੀ ਗੱਲ ਕਰਾਂਗੇ. ਮਤਲਬ ਟ੍ਰਿਗਨੋਮੈਟਰੀ ਨੂੰ ਇਨਵਰਸ ਦੇ ਵਿੱਚ ਆਪਾਂ ਲੈ ਕੇ ਆਉਣਾ. ਤਾਂ ਇਨਵਰਸ ਦੇ ਵਿੱਚ ਜੋ ਟ੍ਰਿਗਨੋਮੈਟਰੀ ਹੈ ਉਹ ਕਿੱਦਾਂ ਆਊਗੀ ਉਹ ਦੇਖਦੇ ਹਾਂ. ਸਭ ਤੋਂ ਪਹਿਲਾਂ ਆਪਾਂ ਇਨਵਰਸ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ. ਕੋਰਸਪੋਂਡਿੰਗ ਟੂ ਐਵਰੀ ਬਾਈਜੈਕਸ਼ਨ ਐਫ ਫਰੋਮ A to B. ਮਤਲਬ ਕੋਈ ਵੀ ਆਪਣੇ ਕੋਲ ਬਾਈਜੈਕਸ਼ਨ ਮੈਪ ਆ, ਬਾਈਜੈਕਸ਼ਨ ਮੈਪ ਦਾ ਮਤਲਬ ਤੁਹਾਨੂੰ ਕਲੀਅਰ ਆ, ਦੈਟ ਇਜ਼ 1 ਐਂਡ ਔਨ ਟੂ ਦੇਅਰ ਐਗਜ਼ਿਸਟ ਅਨਦਰ ਬਾਈਜੈਕਸ਼ਨ ਮੈਪ G ਫਰੋਮ B to A. ਤਾਂ ਆਪਣੇ ਕੋਲ ਇੱਕ ਹੋਰ ਬਾਈਜੈਕਸ਼ਨ ਮੈਪ ਹੋਣੀ ਚਾਹੀਦੀ ਹੈ B to A. ਇਸੇ ਫੰਕਸ਼ਨ ਦਾ ਆਪੋਜ਼ਿਟ, ਉਹਨੂੰ ਆਪਾਂ G ਦਾ ਨਾਮ ਦਿੱਤਾ ਹੋਇਆ, ਡਿਫਾਈਨਡ ਬਾਈ. ਜਦੋਂ ਆਪਾਂ G ਦੇ ਵਿੱਚ B ਦਾ ਐਲੀਮੈਂਟ ਯੂਜ਼ ਕਰਾਂਗੇ ਤਾਂ ਆਪਾਂ ਨੂੰ A ਦਾ ਐਲੀਮੈਂਟ ਮਿਲ ਰਿਹਾ ਵਾ. ਇਫ ਐਂਡ ਓਨਲੀ ਇਫ, ਇਹ ਕੰਡੀਸ਼ਨ ਕਦੋਂ ਹੋਲਡ ਕਰਦੀ ਆ? ਇਫ ਐਂਡ ਓਨਲੀ ਇਫ. ਇਫ ਐਂਡ ਓਨਲੀ ਇਫ ਦਾ ਮਤਲਬ ਇਹ ਹੁੰਦਾ ਵਾ, ਇਫ ਐਂਡ ਓਨਲੀ ਇਫ ਦਾ ਮਤਲਬ ਇਹ ਹੁੰਦਾ ਹਮੇਸ਼ਾ ਵੀ ਜੇਕਰ ਆਹ ਚੀਜ਼ ਟਰੂ ਆ ਤਾਂ ਆ ਵੀ ਟਰੂ ਹੋਣੀ ਚਾਹੀਦੀ ਹੈ ਨਾਲ. ਠੀਕ ਹੈ, ਇਫ ਐਂਡ ਓਨਲੀ ਇਫ IFF. ਤਾਂ ਜੇ ਇਹ ਵੀ ਕੰਡੀਸ਼ਨ ਹੋਲਡ ਕਰਦੀ ਹੈ ਦੈਨ G from B to A is called inverse of F from A to B. ਤਾਂ ਜਿਹੜਾ G ਵਾਲਾ ਫੰਕਸ਼ਨ ਆ ਇਹ ਕੀ ਬਣੂਗਾ? ਇਹ ਇਨਵਰਸ ਬਣੂਗਾ A ਵਾਲੇ ਫੰਕਸ਼ਨ ਦਾ, F from A to B ਦਾ, ਐਂਡ ਇਜ਼ ਡਿਨੋਟਡ ਬਾਈ F ਇਨਵਰਸ. ਮਤਲਬ ਜੋ G ਹੈ ਉਹਨੂੰ ਆਪਾਂ ਕੀ ਲਿਖਾਂਗੇ? F ਇਨਵਰਸ. ਆਈ ਹੋਪ ਸੋ ਇਟ ਇਜ਼ ਕਲੀਅਰ ਟੂ ਯੂ. ਇਹ ਜਸਟ ਇੱਕ ਰਿਕਾਲ ਆ, ਡੋਂਟ ਗੋ ਸੋ ਡੀਪਲੀ, ਇਹਨਾਂ ਜ਼ਿਆਦਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ. ਤੁਸੀਂ ਜਸਟ ਇੱਕ ਇਹਨੂੰ ਰਿਕਾਲ ਕਰ ਸਕਦੇ ਹੋ ਇਹਨੂੰ ਸੋਚ ਕੇ ਵੀ ਆਪਣੇ ਕੋਲ ਡੈਫੀਨੇਸ਼ਨ ਕੀ ਹੈ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ. ਆਫਟਰ ਵਰਡਸ ਹੁਣ ਆਪਾਂ ਚੱਲਦੇ ਹਾਂ ਰਾਜੇ ਇਸ ਟੌਪਿਕ ਦੇ ਉੱਪਰ. ਹੁਣ ਆਪਾਂ ਨੂੰ ਪਤਾ ਵੀ ਆਪਾਂ ਪਿਛਲੇ ਟੌਪਿਕ ਚੈਪਟਰ ਨੰਬਰ 1 ਦੇ ਵਿੱਚ ਆਪਾਂ ਡੋਮੇਨ ਅਤੇ ਰੇਂਜ ਦੀ ਗੱਲ ਕੀਤੀ ਸੀ. ਉਹ ਕਨਸੈਪਟ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ. ਹੁਣ ਆਪਾਂ ਗੱਲ ਕਰਾਂਗੇ ਡੋਮੇਨ ਐਂਡ ਰੇਂਜ ਆਫ ਸਾਈਨ ਫੰਕਸ਼ਨ, ਜੋ ਕਿ ਮੈਂ ਤੁਹਾਨੂੰ ਵਿਦ ਦ ਹੈਲਪ ਆਫ NCERT ਬੁੱਕ ਇੱਕ ਟੇਬਲ ਦਿਖਾਉਣਾ. ਉਹ ਟੇਬਲ ਦੇਖੋ ਅਤੇ ਸਮਝੋ. ਸੋ I hope so this table is clear to all of you. This table I am talking about, this blue one table. Okay students, ਜੇ ਤੁਹਾਨੂੰ ਇਹ ਟੇਬਲ ਕਲੀਅਰਲੀ ਦਿਖ ਰਿਹਾ ਵਾ ਤਾਂ ਆਪਾਂ ਗੱਲ ਕਰਦੇ ਹਾਂ ਸਾਈਨ ਇਨਵਰਸ ਦੀ. ਸਾਈਨ ਇਨਵਰਸ ਦੇ ਫੰਕਸ਼ਨ ਦੇ ਵਿੱਚ ਇਹ ਉਹਦੀ ਡੋਮੇਨ ਹੈ ਐਂਡ ਦਿਸ ਵਨ ਇਜ਼ ਅ ਰੇਂਜ. ਠੀਕ ਹੈ, ਤੁਸੀਂ ਕਹੋਗੇ ਵੀ ਇਹ ਵੈਲਿਊਜ਼ ਉਲਟੀਆਂ ਲਿਖੀਆਂ ਹੋਈਆਂ ਨੇ. ਤੁਸੀਂ +1 ਕਲਾਸ ਦੇ ਵਿੱਚ ਜਦੋਂ ਬੁੱਕ ਦੇ ਵਿੱਚ ਪੜ੍ਹੋਗੇ, ਟ੍ਰਿਗਨੋਮੈਟਰੀ ਪੜ੍ਹ ਕੇ ਆਏ ਹੋ ਤੁਸੀਂ ਸਾਰੇ, ਆਈ ਹੋਪ ਸੋ ਵਧੀਆ ਪੜ੍ਹ ਕੇ ਆਏ ਹੋਵੋਗੇ. ਤਾਂ ਉਹਦੇ ਵਿੱਚ ਕੀ ਸੀ, ਇਹ ਆਪਣੇ ਕੋਲ ਡੋਮੇਨ ਹੁੰਦੀ ਸੀ, ਇਹ ਰੇਂਜ ਹੁੰਦੀ ਸੀ ਆਪਣੇ ਕੋਲ. ਕਿਉਂਕਿ ਤੁਹਾਨੂੰ ਯਾਦ ਹੋਣਾ ਵਾ ਵੀ ਆਪਾਂ ਜਿਹੜੀਆਂ ਵੈਲਿਊ ਚਾਰਟ ਸੀ ਨਾ 10th ਕਲਾਸ 'ਚ ਵੀ ਪੜ੍ਹਿਆ ਹੋਇਆ ਆਪਾਂ, ਵੀ ਸਾਈਨ 0 ਕਿੰਨਾ ਹੁੰਦਾ, ਸਾਈਨ 30 ਕਿੰਨਾ ਹੁੰਦਾ, ਸਾਈਨ 45 ਕਿੰਨਾ ਹੁੰਦਾ, ਸਾਈਨ ਐਟ ਦਾ ਐਂਡ π/2 ਕਿੰਨਾ ਹੁੰਦਾ. ਆਪਾਂ 0 to π/2 ਤੱਕ ਦਾ ਚਾਰਟ ਪੜ੍ਹਿਆ ਹੋਇਆ. ਉਹ ਜਿਹੜਾ ਚਾਰਟ ਸੀ ਆਪਾਂ ਉਹ ਡੋਮੇਨ ਦੀਆਂ ਵੈਲਿਊਜ਼ ਹੀ ਹੁੰਦੀਆਂ ਸੀ. ਜਿਹੜਾ ਆਪਣੇ ਕੋਲ ਆਨਸਰ ਆਉਂਦਾ ਸੀ ਉਹ ਰੇਂਜ ਹੁੰਦਾ ਸੀ. ਤਾਂ ਆਪਾਂ ਇਹਦੇ ਵਿੱਚੋਂ ਵੈਲਿਊਜ਼ ਪੁੱਟ ਕਰਦੇ ਹੁੰਦੇ ਸੀ ਅਤੇ ਆਪਾਂ ਨੂੰ ਆਨਸਰ ਇਹਦੇ ਵਿੱਚ ਮਿਲਦਾ ਹੁੰਦਾ ਸੀ. ਉਹ ਆਪਾਂ 10th 'ਚ ਪੜ੍ਹਿਆ, +1 'ਚ ਆਪਾਂ ਥੋੜ੍ਹਾ ਜਿਹਾ ਅੱਗੇ ਪੜ੍ਹ ਲਿਆ ਸੀ ਉਸ ਤੋਂ ਬਾਅਦ. ਸੋ ਉਹ ਪੜ੍ਹਨ ਤੋਂ ਬਾਅਦ ਆਪਣੇ ਕੋਲ ਹੁਣ ਕੀ ਹੈ, ਇਨਵਰਸ ਆ ਗਿਆ. ਇਨਵਰਸ ਦਾ ਮਤਲਬ ਕੀ ਹੁੰਦਾ ਵਾ ਵੀ ਜੇ ਸਾਈਨ x ਆ ਤਾਂ ਸਾਈਨ ਇਨਵਰਸ x ਕੀ ਹੋਊਗਾ? ਸਾਈਨ ਇਨਵਰਸ x ਹੋਊਗਾ 1/sin x. ਮਤਲਬ ਕੀ ਆ? ਉਹਦਾ ਉਲਟਾ ਵਾ. ਦੈਟ ਮੀਨਸ ਜੋ ਡੋਮੇਨ ਸੀ ਉਹਨੇ ਰੇਂਜ ਬਣ ਜਾਣਾ ਅਤੇ ਜੋ ਰੇਂਜ ਸੀ ਉਹਨੇ ਕੀ ਬਣਨਾ ਆਪਣੇ ਕੋਲ? ਡੋਮੇਨ ਬਣ ਜਾਣਾ. ਆਈ ਹੋਪ ਸੋ ਯੂ ਵਿਲ ਅੰਡਰਸਟੈਂਡ ਵਟ ਆਈ ਐਮ ਗੋਇੰਗ ਟੂ ਸੇ ਟੂ ਆਲ ਆਫ ਯੂ.
ठीक है जी। आई होप सो दिस इज़ क्लीयर टू यू। सो डोमेन ਤੇ ਰੇਂਜ ਦਿੱਤੀ ਹੋਈ ਹੈ ਇੱਥੇ ਆਪਾਂ ਨੂੰ, ਬਟ ਤੁਹਾਡਾ ਫੋਕਸ ਜੋ ਤੁਸੀਂ ਮੇਨ ਫੋਕਸ ਰੱਖਣਾ ਵਾ ਉਹ ਤੁਹਾਡਾ ਫੋਕਸ ਹੋਣਾ ਚਾਹੀਦਾ ਵਾ ਰੇਂਜ ਦੇ ਉੱਪਰ। ਠੀਕ ਹੈ ਜੀ, ਦਿਸ ਇਜ਼ ਯੂਅਰ ਰੇਂਜ, ਤੇ ਇਹ ਰੇਂਜ ਦੇ ਉੱਪਰ ਤੁਹਾਡਾ ਫੋਕਸ ਹੋਣਾ ਚਾਹੀਦਾ। ਜੇ ਤੁਹਾਨੂੰ ਇਹ ਰੇਂਜ ਯਾਦ ਹੈ ਤਾਂ ਜੋ ਐਕਸਰਸਾਈਜ਼ ਆਪਾਂ 2.1 ਸਟਾਰਟ ਕਰਨੀ ਹੈ, ਤੁਹਾਡਾ ਕੋਈ ਵੀ ਕੁਐਸਚਨ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਤੁਸੀਂ ਸੋਲਵ ਨਹੀਂ ਕਰ ਸਕਦੇ। ਠੀਕ ਹੈ, I am repeating to you, if you are able to learn this completely then you are able to study this chapter। ਤਾਂ ਤੁਸੀਂ ਇਹ ਚੈਪਟਰ ਦੇ ਕੁਐਸਚਨ ਕਿਤੋਂ ਵੀ ਕੁਐਸਚਨ ਆ ਜਾਵੇ ਤੁਹਾਡਾ ਕੁਐਸਚਨ ਅਨਅਟੈਂਪਟ ਨਹੀਂ ਰਹੂਗਾ ਜੇ ਤੁਹਾਨੂੰ ਰੇਂਜ ਯਾਦ ਹੈ। ਹੁਣ ਪ੍ਰੋਬਲਮ ਇੱਥੇ ਆ ਵੀ ਇਹ ਰੇਂਜ ਨੂੰ ਜੇ ਆਪਾਂ ਇਹਨੂੰ ਯਾਦ ਕਰਨਾ ਵਾ, ਪੂਰੇ ਮੈਥ ਦੇ ਵਿੱਚ ਦੇਅਰ ਆਰ ਇਨਫਾਈਨਾਈਟ ਨੰਬਰ ਆਫ ਫਾਰਮੂਲਾ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਮੈਂ ਵੀ ਇਹ ਰਿਕਮੈਂਡ ਕਰੂੰਗਾ ਵੀ ਨਹੀਂ ਯਾਦ ਰਹਿੰਦਾ। ਠੀਕ ਹੈ ਜੀ, ਸੋ ਇਸ ਚੀਜ਼ ਨੂੰ ਅਵੋਇਡ ਕਰਨ ਦੇ ਲਈ ਤੁਸੀਂ ਇੱਕ ਮੇਰਾ ਫੰਡਾ ਯੂਜ਼ ਕਰ ਸਕਦੇ ਹੋ, ਫੰਡਾ ਕਹਿ ਸਕਦੇ ਹਾਂ ਆਪਾਂ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਟ੍ਰਿਕ ਆ ਫਾਰਮੂਲੇ ਯਾਦ ਰੱਖਣ ਦਾ। ਉਹ ਟ੍ਰਿਕ ਇੰਨਾ ਇੰਪੋਰਟੈਂਟ ਆ ਵੀ ਤੁਸੀਂ ਉਹ ਟ੍ਰਿਕ ਦੇ ਜ਼ਰੀਏ ਫਾਰਮੂਲਿਆਂ ਨੂੰ ਈਜ਼ੀਲੀ ਯਾਦ ਰੱਖ ਸਕਦੇ ਹੋ। ਥੋੜ੍ਹਾ ਜਿਹਾ ਮਤਲਬ ਇਹ ਕਹਿ ਸਕਦੇ ਹਾਂ ਆਪਾਂ, ਹਾਂ ਮਤਲਬ ਕੀ ਆਪਾਂ ਵਰਡਿੰਗ ਯੂਜ਼ ਕਰ ਸਕਦੇ ਹਾਂ ਉਹਦੇ ਲਈ, ਕੋਈ ਮੈਥੇਮੈਟੀਕਲ ਟ੍ਰਿਕ ਨਹੀਂ ਹੈ। ਇੱਕ ਉਹਨੂੰ ਯਾਦ, ਜਿਵੇਂ ਆਪਾਂ ਕਹਿੰਦੇ ਨਾ ਪਲੱਸ 2 'ਚ ਆਪਾਂ ਚਾਰਟ ਬਣਾਉਂਦੇ ਸੀ 0/4 1/4 2/4 3/4 4/4 ਕੁਛ ਇੱਦਾਂ ਲਗਾ ਕੇ। ਹੁਣ ਆਪਾਂ ਥੋੜ੍ਹਾ ਡਿਫਰੈਂਟ ਕੰਮ ਕਰ ਰਹੇ ਹਾਂ। ਡਿਫਰੈਂਟ ਕੰਮ ਮਤਲਬ ਉੱਦਾਂ ਦਾ ਹੀ ਇੱਕ ਟ੍ਰਿਕ ਇਹੋ ਜਿਹਾ ਫਾਈਂਡ ਕਰ ਰਹੇ ਹਾਂ ਜਿਹੜਾ ਕਿ ਆਪਾਂ ਨੂੰ ਇਹ ਯਾਦ ਰੱਖਣ ਦੇ ਵਿੱਚ ਹੈਲਪ ਕਰੂਗਾ। ਠੀਕ ਹੈ, ਸੋ ਉਹਦੇ ਲਈ ਦੇਖੋ ਰਾਜੇ ਮੈਂ ਕੀ ਕਰਨ ਲੱਗਿਆ। ਐਜ਼ ਯੂ ਕੈਨ ਸੀ ਆਈ ਡਰਾ ਹੇਅਰ ਅ ਗ੍ਰਾਫ। ਤੁਸੀਂ ਸਾਰੇ ਦੇਖ ਸਕਦੇ ਹੋ, ਆਈ ਹੋਪ ਸੋ ਇਟ ਇਜ਼ ਵਿਜ਼ੀਬਲ ਟੂ ਯੂ ਆਲ। ਠੀਕ ਹੈ, ਤੁਸੀਂ ਸਾਰੇ ਦੇਖ ਸਕਦੇ ਹੋ ਵੀ ਮੈਂ ਇੱਕ ਗ੍ਰਾਫ ਬਣਾਇਆ ਹੋਇਆ। this is not a graph, this is a sign of Instagram sign because my Instagram account is way to Varun। ਇਟਸ ਓਕੇ, ਵੀ ਵਿਲ ਡਿਸਕਸ ਇਟ ਲੇਟਰ। ਚਲੋ ਦੇਖਦੇ ਹਾਂ ਆਪਾਂ ਗ੍ਰਾਫ 'ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਕੰਮ ਕੀ ਹੈ, ਦੇਖੋ ਆਪਣੇ ਕੋਲ ਫੰਕਸ਼ਨਸ 6 ਨੇ, ਸਾਈਨ ਇਨਵਰਸ, ਕਾਸ ਇਨਵਰਸ, ਟੈਨ ਇਨਵਰਸ, ਸੀਕੈਂਡ ਇਨਵਰਸ, ਕੋਸੀਕੈਂਡ ਇਨਵਰਸ, ਕਾਟ ਇਨਵਰਸ। ਠੀਕ ਹੈ ਜੀ, ਇਹ 6 ਫੰਕਸ਼ਨਸ ਨੇ। ਆਪਾਂ ਕੀ ਕਰਨੀ ਆ, ਪੇਅਰਿੰਗ ਕਰਨੀ ਆ ਇਹਨਾਂ ਫੰਕਸ਼ਨਸ ਦੀ। ਹੁਣ ਗੱਲ ਇੱਥੇ ਆ ਵੀ ਪੇਅਰਿੰਗ ਹੋਊਗੀ ਤਾਂ ਕਿੱਦਾਂ, ਮਤਲਬ ਆਪਾਂ ਇਹਨਾਂ ਫੰਕਸ਼ਨਸ ਦੀ ਪੇਅਰਿੰਗ ਕਿਵੇਂ ਕਰ ਸਕਦੇ ਹਾਂ। ਅਗੇਨ ਵਿਦ ਦ ਹੈਲਪ ਆਫ ਬੁੱਕ ਲੈਟ ਮੀ ਟੈਲ ਯੂ ਵਨ ਔਰ ਮੋਰ ਥਿੰਗਸ। ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖੋ, ਸਾਈਨ ਇਨਵਰਸ ਵੱਲ ਦੇਖੋ। ਠੀਕ ਹੈ, ਦਿਸ ਫੰਕਸ਼ਨ, ਉਸ ਤੋਂ ਬਾਅਦ ਤੁਸੀਂ ਦੇਖੋ ਕੋਸੀਕੈਂਡ ਇਨਵਰਸ ਵੱਲ, ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਟੈਨ ਇਨਵਰਸ ਨਾਲ। ਇਹ ਤਿੰਨੇ ਫੰਕਸ਼ਨ ਇੱਕ ਬੌਂਡ ਬਣਾ ਰਹੇ ਆ। ਬੌਂਡ ਮਤਲਬ ਕਿ ਇਹ ਤਿੰਨੇ ਪੱਕੇ ਆੜੀ ਹੈ। ਆਪਾਂ ਇਹ ਕਹਿ ਸਕਦੇ ਹਾਂ ਪੱਕੇ ਆੜੀ ਨੇ, ਮਤਲਬ ਇੱਕ ਇਹਨਾਂ ਨੇ ਜਿਵੇਂ ਆਪਾਂ ਕਹਿੰਦੇ ਨਾ ਵੀ ਹਾਂ ਉਹ ਗੇਮ ਆਉਂਦੀ ਹੁੰਦੀ ਸੀ ਬਚਪਨ 'ਚ ਜੰਜੀਰ ਛੂ, ਤਾਂ ਉਹ ਇੱਕ ਜੰਜੀਰ ਇਹਨਾਂ ਤਿੰਨਾਂ ਫੰਕਸ਼ਨਸ ਨੇ ਬਣਾਈ ਹੋਈ ਹੈ। ਜੰਜੀਰ ਕਿਉਂ ਬਣਾਈ ਹੋਈ ਹੈ, ਮੈਂ ਇੱਦਾਂ ਕਿਉਂ ਕਹਿ ਰਿਹਾ ਮੈਂ, ਆਈ ਐਮ ਨਾਟ ਜੋਕਿੰਗ, ਆਈ ਐਮ ਸੀਰੀਅਸ ਨਾਓ। ਤਾਂ ਉਹ ਜੰਜੀਰ ਕੀ ਆ, ਮਤਲਬ -π/2 ਤੋਂ π/2 ਤੱਕ ਦੀ ਇਹਦੀ ਆਪਣੇ ਕੋਲ ਜੰਜੀਰ ਬਣਾ ਰਹੀ ਹੈ ਇਹ। ਹਰ ਇੱਕ ਫੰਕਸ਼ਨ ਤੁਸੀਂ ਦੇਖ ਸਕਦੇ ਹੋ -π/2 ਤੋਂ π/2 ਦਾ ਐਡੀਸ਼ਨ ਕੀਤਾ ਹੋਇਆ ਇਹਨਾਂ ਨੇ। ਸੋ ਆਪਾਂ ਦੇਖਦੇ ਹਾਂ ਵੀ ਹੁਣ ਇਹਨੂੰ ਯਾਦ ਕਿਵੇਂ ਰੱਖ ਸਕਦੇ ਹਾਂ। ਦੇਖੋ ਇੱਕ ਗ੍ਰਾਫ ਬਣਾ ਰਿਹਾ ਮੈਂ ਇੱਥੇ, ਦਿਸ ਗ੍ਰਾਫ, ਤੁਹਾਨੂੰ ਇਹ ਗ੍ਰਾਫ ਪਤਾ ਹੈ। ਆਪਾਂ ਇਹ 3 ਫੰਕਸ਼ਨਸ ਮੈਂ ਇੱਥੇ ਲਿਖੇ ਹੈ, ਸਾਈਨ ਇਨਵਰਸ, ਕੋਸੀਕੈਂਡ ਇਨਵਰਸ, ਟੈਨ ਇਨਵਰਸ। ਇੰਨਾ ਕੀ ਯਾਦ ਰੱਖਣਾ ਵਾ ਵੀ ਸਾਈਨ ਹੈ, ਕੋਸੀਕੈਂਡ ਅਤੇ ਟੈਨ ਹੈ ਆਪਣੇ ਕੋਲ। ਉਸ ਤੋਂ ਬਾਅਦ ਆਪਾਂ ਇੱਕ ਗ੍ਰਾਫ ਬਣਾਇਆ 0 π/2 π -π/2, ਮਤਲਬ -π/2 ਵੀ ਲਿਖ ਸਕਦੇ ਹੋ ਇੱਥੇ, 2π/3 ਲਿਖਦੇ ਆ ਕਈ ਸਟੂਡੈਂਟਸ, ਉਹ ਵੀ ਓਕੇ ਹੈ, ਕਰੈਕਟ ਆ, ਯੂ ਕੈਨ ਆਲਸੋ ਰਾਈਟ ਇਟ। ਬਟ -π/2 ਮੈਂ ਕਿਉਂ ਲਿਖਿਆ ਵਾ ਉਹਦਾ ਕੋਈ ਰੀਜ਼ਨ ਹੈ। ਹੁਣ ਆਪਾਂ ਨੂੰ ਪਤਾ ਜਿਹੜਾ ਆਪਣਾ ਫੰਕਸ਼ਨ ਹੈ ਤਿੰਨੋਂ ਇਹ -π/2 ਤੋਂ π/2 ਤੱਕ ਰਨ ਕਰ ਰਹੇ ਆ, ਮਤਲਬ ਇੱਧਰੋਂ ਇੱਧਰ ਭੱਜ ਰਹੇ ਆ। ਇਹ ਚੀਜ਼ ਨੂੰ ਸੋਲਵ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਦਾ, ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਵਿੱਚ ਆਪਾਂ ਕਦੇ ਵੀ ਥਰਡ ਕੁਆਡਰੈਂਟ ਦੇ ਵਿੱਚ ਨਹੀਂ ਪਹੁੰਚਾਂਗੇ। ਠੀਕ ਹੈ, ਥਰਡ ਕੁਆਡਰੈਂਟ ਦੇ ਉੱਪਰ ਕਾਟਾ ਮਾਰ ਦਿਓ, ਨਥਿੰਗ ਇਜ਼ ਇਨ ਥਰਡ ਕੁਆਡਰੈਂਟ, ਮਤਲਬ ਕਿ ਇਹ ਕੁਛ ਵੀ ਥਰਡ ਕੁਆਡਰੈਂਟ 'ਚ ਨਹੀਂ ਆਊਗਾ। ਪਹਿਲਾ ਕੁਆਡਰੈਂਟ ਯੂਜ਼ ਹੋਊਗਾ, ਚੌਥਾ ਕੁਆਡਰੈਂਟ ਯੂਜ਼ ਹੋਊਗਾ, ਥਰਡ ਵੀ ਯੂਜ਼ ਹੋਊਗਾ, ਬਟ ਫੋਰਥ ਕੁਆਡਰੈਂਟ ਰੇਂਜ ਦੇ ਲਈ ਆਪਾਂ ਕਦੇ ਵੀ ਯੂਜ਼ ਨਹੀਂ ਕਰਾਂਗੇ। ਸੋ ਥਰਡ ਕੁਆਡਰੈਂਟ ਨੂੰ CBSE ਦੇ ਸਿਲੇਬਸ ਵਾਂਗੂ ਆਪਣੇ ਦਿਮਾਗ ਦੇ ਵਿੱਚੋਂ ਵੀ ਡਿਲੀਟ ਕਰ ਦਿਓ। ਓਕੇ। ਸੋ ਵਿਦਆਊਟ ਵੇਸਟਿੰਗ ਆਰ ਟਾਈਮ ਹੁਣ ਆਪਾਂ ਚੱਲਦੇ ਹਾਂ, ਸਾਈਨ ਇਨਵਰਸ ਦੀ ਗੱਲ ਕਰਦੇ ਹਾਂ। ਆਪਾਂ ਨੂੰ ਪਤਾ ਵੀ ਜੋ ਸਾਈਨ ਇਨਵਰਸ ਦੀ ਵੈਲਿਊ ਆ ਉਹ -π/2 ਤੋਂ ਲੈ ਕੇ π/2 ਤੱਕ ਡਿਫਾਈਨਡ ਹੈ, ਪ੍ਰੋਪਰ ਡਿਫਾਈਨਡ ਹੈ। ਮਤਲਬ -π/2 ਦੇ ਉੱਪਰ ਵੀ ਵੈਲਿਊ ਆਪਾਂ ਇਹਦੀ ਫਾਈਂਡ ਕਰ ਸਕਦੇ ਹਾਂ, -π/2 ਦੇ ਉੱਪਰ ਵੀ ਆਪਾਂ ਇਹਦੀ ਵੈਲਿਊ ਨੂੰ ਕੀ ਕਰ ਸਕਦੇ ਹਾਂ, ਫਾਈਂਡ ਕਰ ਸਕਦੇ ਹਾਂ। ਹੁਣ ਦੇਖੋ ਕੋਸੀਕੈਂਡ, ਜੇ ਮੈਂ ਕੋਸੀਕੈਂਡ ਦੀ ਗੱਲ ਕਰਾਂ, ਕੋਸੀਕੈਂਡ ਹੁੰਦਾ ਕੀ ਆ ਆਪਣੇ ਕੋਲੇ, ਕੋਸੀਕੈਂਡ ਹੁੰਦਾ ਵਾ ਆਪਣੇ ਕੋਲੇ ਸਾਈਨ ਦਾ ਉਲਟਾ ਹੁੰਦਾ। ਆਪਾਂ ਵੈਸੇ ਯਾਦ ਰੱਖਣ ਲਈ ਕਹਿ ਦਿੰਦੇ ਹਾਂ, ਆਪਾਂ ਨੂੰ ਪਤਾ ਕੋਸੀਕੈਂਡ ਥੀਟਾ ਇਕੁਅਲ ਟੂ 1/sin ਥੀਟਾ ਹੁੰਦਾ। ਇਨਵਰਸ ਦੇ ਵਿੱਚ ਆਪਾਂ ਯਾਦ ਰੱਖਣ ਲਈ ਵੈਸੇ ਹੀ ਕਹਿ ਰਹੇ ਹਾਂ 1/sin ਥੀਟਾ ਕਹਿ ਲਓ। ਠੀਕ ਹੈ, ਅਤੇ ਜਦੋਂ ਮੈਂ ਇੱਥੇ 1/sin ਥੀਟਾ ਲਿਖੂੰਗਾ ਅਤੇ ਸਾਈਨ 0 ਦੀ ਵੈਲਿਊ ਕਿੰਨੀ ਹੁੰਦੀ ਆ, 0। 1/0 ਕਿੰਨਾ ਹੋ ਜਾਣਾ ਵਾ, ਇਨਫਿਨਿਟੀ। ਇਹਦਾ ਮਤਲਬ ਜਿਹੜੀ ਕੋਸੀਕੈਂਡ ਦੀ ਆਹ ਫੰਕਸ਼ਨ ਦੀ ਰੇਂਜ ਆਊਗੀ ਉਹਦੇ ਵਿੱਚ ਮੈਨੂੰ ਕੀ ਕਰਨਾ ਪੈਣਾ, -π/2 ਤੋਂ π/2 ਤੱਕ ਤਾਂ ਠੀਕ ਆ, ਪਰ ਜੋ ਸਾਈਨ ਜਦੋਂ ਡਿਨੋਮੀਨੇਟਰ 'ਚ ਜਾਊਗਾ ਤਾਂ 0 ਦੇ ਉੱਪਰ ਇਹ ਫੰਕਸ਼ਨ ਕੀ ਹੈ, ਡਿਫਾਈਨਡ ਨਹੀਂ ਹੈ। ਛੋਟੀਆਂ ਕਲਾਸਾਂ ਵਾਲੇ ਰਿਜ਼ਲਟ ਹੀ ਆਪਾਂ
ਇੱਥੇ ਯੂਜ਼ ਕਰ ਲਾਂਗੇ ਟੇਬਲ ਨੂੰ ਯਾਦ ਕਰਨ 'ਚ। ਇੱਥੋਂ 0 ਮਾਈਨਸ ਕਰਤੀ ਆਪਾਂ। ਹੁਣ ਆਪਾਂ ਗੱਲ ਕਰ ਲਈ ਨਾ ਟੈਨ ਦੀ। ਦੇਖੋ ਟੈਨ ਥੀਟਾ ਮੈਨੂੰ ਪਤਾ ਵਾ ਵੀ ਜਿਹੜੇ ਟੈਨ ਥੀਟਾ ਦੀ ਵੈਲਿਊ ਆ ਉਹ π/2 ਦੇ ਉੱਪਰ ਕੀ ਹੁੰਦੀ ਆ, ਨਾਟ ਡਿਫਾਈਨ ਹੁੰਦੀ ਹੈ, ਠੀਕ ਹੈ ਨਾ। ਆਪਾਂ ਛੋਟੇ 10th ਕਲਾਸ 'ਚ ਚਾਰਟ ਪੜ੍ਹਿਆ ਹੋਇਆ, ਦੈਟ ਇਜ਼ ਨਾਟ ਡਿਫਾਈਨਡ ਔਨ π/2। ਇਹ π/2 ਦੇ ਉੱਪਰ ਡਿਫਾਈਨ ਨਹੀਂ ਹੁੰਦਾ ਟੈਨ ਥੀਟਾ, ਇਸ ਕਰਕੇ ਇਹ ਕੀ ਹੋਊਗਾ, ਆਪਾਂ ਕੀ ਕਰਾਂਗੇ ਇਹਨੂੰ ਓਪਨ ਇੰਟਰਵਲ π/2 ਦੇ ਵਿੱਚ ਰੱਖਾਂਗੇ, -π/2 ਤੋਂ π/2। ਜੇ π/2 ਦੇ ਉੱਪਰ ਡਿਫਾਈਨ ਨਹੀਂ ਤਾਂ ਓਪਨ ਇੰਟਰਵਲ -π/2 ਦੇ ਉੱਪਰ ਵੀ ਓਬਵੀਅਸਲੀ ਡਿਫਾਈਨ ਨਹੀਂ ਹੁੰਦਾ ਇਹ। ਸੋ ਦੈਟਸ ਵਾਈ ਇੱਥੇ ਆਪਾਂ ਕੀ ਕੀਤਾ ਹੋਇਆ, ਇਹਨੂੰ ਓਪਨ ਇੰਟਰਵਲ 'ਚ ਰੱਖਾਂਗੇ। ਹੁਣ ਆਈ ਹੋਪ ਸੋ ਇਹ ਤਿੰਨੇ ਫੰਕਸ਼ਨਸ ਤੁਹਾਨੂੰ ਯਾਦ ਰੱਖਣੇ ਈਜ਼ੀ ਹੋ ਗਏ ਹੋਣੇ ਆ, ਠੀਕ ਹੈ ਜੀ। ਸੋ ਨਾਓ ਲੈਟ ਅਸ ਸੀ ਦ ਨੈਕਸਟ ਵਨ। ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਹੋਰ ਗ੍ਰਾਫ ਆ ਆਪਣੇ ਕੋਲ, ਜਿਹੜਾ ਫਸਟ ਕੁਆਡਰੈਂਟ ਤੋਂ ਲੈ ਕੇ ਸੈਕਿੰਡ ਕੁਆਡਰੈਂਟ ਤੱਕ ਜਾ ਰਿਹਾ ਵਾ। ਗ੍ਰਾਫ ਆਪਾਂ ਨਿਊ ਬਣਾਇਆ ਵਾ। ਇੱਥੇ ਹੁਣ ਆਪਾਂ ਕੀ ਕਰਾਂਗੇ, ਟ੍ਰਿਗਨੋਮੈਟ੍ਰਿਕ ਫੰਕਸ਼ਨ ਮੈਂ ਪਹਿਲਾਂ ਦੱਸਿਆ ਸੀ ਤੁਹਾਨੂੰ ਬੁੱਕ ਦੇ ਅਕੋਰਡਿੰਗ ਵੀ ਤੁਹਾਡਾ ਜਿਹੜਾ ਸਾਈਨ ਇਨਵਰਸ ਆ, ਉਸ ਤੋਂ ਬਾਅਦ ਜਿਹੜਾ ਤੁਹਾਡਾ ਕੋਸੀਕੈਂਟ ਅਤੇ ਟੈਨ ਹੈ, ਇਹ ਤਿੰਨੋਂ ਪੱਕੇ ਦੋਸਤ ਨੇ, ਪੱਕੇ ਆੜੀ ਜਿਹਨੂੰ ਆਪਾਂ ਬੋਲਦੇ ਹਾਂ, ਠੀਕ ਹੈ। ਬੈਸਟ ਫਰੈਂਡਸ, ਦੇ ਆਰ ਗੁੱਡ ਫਰੈਂਡਸ, ਬੈਸਟ ਫਰੈਂਡ, ਵਟ ਐਵਰ ਯੂ ਲਾਈਕ ਟੂ ਸੇ, ਤੁਸੀਂ ਕਹਿ ਸਕਦੇ ਹੋ ਇਹਨਾਂ ਨੂੰ। ਆਫਟਰਵਰਡਸ ਹੁਣ ਆਪਣੇ ਕੋਲ ਕੀ ਆਉਂਦਾ ਵਾ, ਹੁਣ ਆਪਣੇ ਕੋਲ ਆਉਂਦਾ ਸਾਈਨ ਇਨਵਰਸ, ਕੋਸੀਕੈਂਟ ਇਨਵਰਸ, ਟੈਨ ਇਨਵਰਸ ਤੋਂ ਬਾਅਦ ਹੁਣ ਆਪਣੇ ਕੋਲ ਆਊਗਾ cos ਇਨਵਰਸ, ਸੀਕੈਂਟ ਇਨਵਰਸ ਐਂਡ cot ਇਨਵਰਸ। cos, ਸੀਕੈਂਟ ਤੇ cot ਆਪਣੇ ਕੋਲ ਆ ਗਏ। ਇਹਨਾਂ ਤਿੰਨਾਂ ਨੂੰ ਤੁਸੀਂ ਧਿਆਨ ਨਾਲ ਦੇਖੋ, ਇਹ 0 to π, 0 to π, 0 to π, ਇਹ ਤਾਂ ਚੀਜ਼ ਇਹਨਾਂ ਵਿੱਚ ਕੀ ਆ, ਕਾਮਨ ਆ, ਠੀਕ ਹੈ। ਸੋ ਇਹਨਾਂ ਨੂੰ ਯਾਦ ਰੱਖਣ ਦਾ ਤਰੀਕਾ ਕੀ ਆ, cos, ਉਸ ਤੋਂ ਬਾਅਦ ਕੀ ਆ ਆਪਣੇ ਕੋਲ ਸੀਕੈਂਟ, ਉਸ ਤੋਂ ਬਾਅਦ ਕੀ ਆ ਆਪਣੇ ਕੋਲ cot। ਤਾਂ ਇਹਨਾਂ ਨੂੰ ਯਾਦ ਰੱਖਣ ਦਾ ਤਰੀਕਾ ਕੀ ਆ, ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ 0 to π ਹੈ, ਮਤਲਬ ਪਹਿਲਾ ਤੇ ਦੂਸਰਾ ਕੁਆਡਰੈਂਟ ਇਹਨਾਂ ਨੇ ਆਕੂਪਾਈ ਕਰ ਲਿਆ। ਜੋ ਪਹਿਲਾਂ ਵਾਲਾ ਫੰਕਸ਼ਨ ਤੁਸੀਂ ਪੜ੍ਹਿਆ ਸੀ ਉਹ ਕੀ ਸੀਗਾ ਆਪਣਾ, -π/2 ਤੋਂ ਲੈ ਕੇ π/2 ਤੱਕ, ਉਹ ਵੀ ਯਾਦ ਹੋਣਾ। ਤਾਂ ਮਤਲਬ ਦੇਖੋ ਇਹ ਕੁਆਡਰੈਂਟ ਕੀ ਹੋ ਗਿਆ, ਡਿਲੀਟਡ ਹੋ ਗਿਆ ਨਾ ਆਪਣੇ ਆਪ ਦੋਨੋਂ ਗ੍ਰਾਫਾਂ ਦੇ ਵਿੱਚ। ਮਤਲਬ 6 ਦੇ 6 ਫੰਕਸ਼ਨਸ ਦੇ ਵਿੱਚੋਂ ਕਿਸੇ ਨੇ ਵੀ ਜ਼ਰੂਰਤ ਨਹੀਂ ਕੀਤੀ ਇੱਥੇ ਆਉਣ ਦੀ, ਠੀਕ ਹੈ। ਆਈ ਹੋਪ ਸੋ ਦੇ ਫੀਲ ਡੇਂਜਰ ਇਨ ਦਿਸ ਜ਼ੋਨ, ਸੋ ਦੇ ਆਰ ਨਾਟ ਕਮਿੰਗ ਹੇਅਰ। ਤਾਂ ਹੁਣ ਆਪਾਂ ਚੱਲਦੇ ਹਾਂ cos ਥੀਟਾ ਦੇ। cos ਥੀਟਾ ਦੀ ਵੈਲਿਊ ਆਪਾਂ ਨੂੰ ਪਤਾ ਵੀ 0 ਦੇ ਉੱਪਰ ਵੀ ਡਿਫਾਈਨ ਹੈ। cos 0 ਆਈ ਥਿੰਕ 1 ਹੁੰਦਾ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। cos ਥੀਟਾ 1 ਹੁੰਦਾ, 10th ਕਲਾਸ ਪੜ੍ਹਦੇ ਹਾਂ ਆਪਾਂ। cos π ਇਟ ਵਿਲ ਬੀ -1, ਸੋ ਇਹਦੀ ਵੈਲਿਊ ਆਪਾਂ ਨੂੰ ਡਿਫਾਈਨਡ ਆ, ਆਪਾਂ ਨੂੰ ਪਤਾ ਵੀ ਡਿਫਾਈਨਡ ਆ ਤਾਂ ਕਲੋਜ਼ਡ ਇੰਟਰਵਲ ਯੂਜ਼ ਕਰਾਂਗੇ। ਹੁਣ ਆਪਾਂ ਚੱਲਦੇ ਹਾਂ ਸੀਕੈਂਟ ਥੀਟਾ ਦੇ। ਸੀਕੈਂਟ ਥੀਟਾ ਨੂੰ ਆਪਾਂ ਕੀ ਲਿਖ ਸਕਦੇ ਹਾਂ, ਸੀਕੈਂਟ ਥੀਟਾ ਇਜ਼ ਇਕੁਅਲ ਟੂ 1/cos ਥੀਟਾ। ਹੁਣ cos ਥੀਟਾ ਜੇ ਮੈਂ π/2 ਯੂਜ਼ ਕਰਦਾ ਵਾਂ ਤਾਂ cos π/2 ਕਿੰਨਾ ਹੁੰਦਾ, ਇਟ ਵਿਲ ਬੀ 0। ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ cos π/2 ਕਿੰਨਾ ਹੁੰਦਾ, 0 ਹੁੰਦਾ। ਤੇ 1/0 ਕੀ ਹੋ ਜਾਣਾ, ਨਾਟ ਡਿਫਾਈਨ ਹੋ ਜਾਣਾ। ਜੇ ਇਹ ਨਾਟ ਡਿਫਾਈਨ ਹੁੰਦਾ ਵਾ ਤਾਂ ਮੈਨੂੰ ਇੱਥੇ π/2 ਨਹੀਂ ਚਾਹੀਦਾ। ਇਹਦਾ ਮਤਲਬ ਤਾਂ ਮੈਂ ਇਸ ਪੂਰੇ ਇੰਟਰਵਲ ਦੇ ਵਿੱਚੋਂ ਕਿਹਨੂੰ ਮਾਈਨਸ ਕਰ ਦੂੰਗਾ, π/2 ਨੂੰ ਮਾਈਨਸ ਕਰ ਦੂੰਗਾ। ਮਤਲਬ ਮੈਨੂੰ π/2 ਇਸ ਇੰਟਰਵਲ ਦੇ ਵਿੱਚ ਨਹੀਂ ਚਾਹੀਦਾ। ਉਸ ਤੋਂ ਬਾਅਦ ਆਪਾਂ cot ਦੀ ਗੱਲ ਕਰਦੇ ਹਾਂ। cot ਨਾ ਤਾਂ 0 ਦੇ ਉੱਪਰ ਡਿਫਾਈਨ ਹੁੰਦਾ, ਨਾ π ਦੇ ਉੱਪਰ। ਆਪਾਂ ਨੂੰ ਕਲੀਅਰ ਕੱਟ ਹੈ। ਦੇਖੋ cot ਨੂੰ ਤੁਸੀਂ ਕੀ ਲਿਖ ਸਕਦੇ ਹੋ, cot ਨੂੰ ਆਪਾਂ ਲਿਖ ਸਕਦੇ ਹਾਂ cos ਥੀਟਾ ਅਪੋਨ ਸਾਈਨ ਥੀਟਾ, ਐਜ਼ ਆਈ ਰਾਈਟ ਹੇਅਰ cos ਥੀਟਾ ਅਪੋਨ ਸਾਈਨ ਥੀਟਾ। ਆਪਾਂ ਨੂੰ ਪਤਾ ਵੀ ਸਾਈਨ ਥੀਟਾ 0 ਤੇ ਵੀ 0 ਹੁੰਦਾ, π ਤੇ ਵੀ 0 ਹੁੰਦਾ। ਮਤਲਬ 0 ਤੇ π ਦੇ ਵਿੱਚ ਇਹਦੀ ਵੈਲਿਊ ਕੀ ਆ, ਡਿਫਾਈਨਡ ਹੈ ਹੀ ਨਹੀਂ। ਮਤਲਬ ਕੀ ਆ, ਇਹ ਇਹਨਾਂ ਵੈਲਿਊਜ਼ ਦੇ ਉੱਪਰ ਨਾਟ ਡਿਫਾਈਨ ਆ। ਦੈਟਸ ਵਾਈ ਆਪਾਂ cot ਦੇ ਵਿੱਚ ਓਪਨ ਇੰਟਰਵਲ ਯੂਜ਼ ਕਰਦੇ ਹਾਂ 0 ਤੋਂ ਲੈ ਕੇ π ਤੱਕ ਦਾ। ਆਈ ਹੋਪ ਸੋ ਦਿਸ ਇਜ਼ ਆਲਸੋ ਕਲੀਅਰ ਟੂ ਯੂ। ਹਾਲੇ ਵੀ ਇਹਨਾਂ ਫੰਕਸ਼ਨਾਂ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਦੇ ਆਰ ਫਿਕਸ ਵਿਦ ਫੈਵੀਕੋਲ, ਵੀ ਕੈਨ ਸੇ। ਤਿੰਨੋਂ ਫੰਕਸ਼ਨ ਜੁੜੇ ਹੋਏ ਆ ਇੱਕ ਦੂਸਰੇ ਨਾਲ ਫੈਵੀਕੋਲ ਦੇ ਨਾਲ। ਓਕੇ ਸੋ ਫੈਵੀਕੋਲ ਦੀ ਗੱਲ ਬਾਅਦ 'ਚ ਕਰਦੇ ਹਾਂ। ਫਿਲਹਾਲ ਆਪਾਂ ਅੱਗੇ ਥੋੜ੍ਹਾ ਫਰਦਰ ਸਟੱਡੀ ਕਰਦੇ ਹਾਂ ਕੁਛ ਫਾਰਮੂਲਾਜ਼, ਇੰਪੋਰਟੈਂਟ ਫਾਰਮੂਲਾਜ਼। ਸਾਈਨ ਇਨਵਰਸ -x, ਟੈਨ ਇਨਵਰਸ -x, ਕੋਸੀਕੈਂਟ ਇਨਵਰਸ -x। ਇਹਨਾਂ ਤਿੰਨਾਂ ਨੇ ਹੀ ਨੈਗੇਟਿਵ ਸਾਈਨ ਨੂੰ ਕੀ ਕਰਤਾ, ਡਿਲੀਟ ਕਰਤਾ। ਕਿਉਂ ਡਿਲੀਟ ਕਰਤਾ, ਕਿਉਂਕਿ ਤਿੰਨਾਂ ਦੀ ਏਕਤਾ ਦੇ ਵਿੱਚ ਬਲ ਹੈ। ਆਪਾਂ ਸਟੋਰੀ ਪੜ੍ਹੀ ਹੋਈ ਹੈ ਛੋਟੀ ਕਲਾਸਿਸ ਦੇ ਵਿੱਚ, ਕੁਝ ਉੱਦਾਂ ਦੇ ਕੰਸੈਪਟ ਇੱਥੇ ਯੂਜ਼ ਕਰ ਰਹੇ ਆ। ਆਫਟਰਵਰਡਸ cos ਇਨਵਰਸ -x, cot ਇਨਵਰਸ -x, ਸੀਕੈਂਟ ਇਨਵਰਸ -x। ਇਹਨਾਂ ਦੇ ਆਨਸਰਸ ਕੀ ਆ ਰਹੇ ਆਪਣੇ ਕੋਲ, π cos ਇਨਵਰਸ, π cot, ਜਸਟ ਅ ਮਿੰਟ ਆਈ ਰਾਈਟ ਹੇਅਰ cot ਇਨਵਰਸ ਐਂਡ π ਸੀਕੈਂਟ ਇਨਵਰਸ x। ਤਾਂ ਇਹ ਸੀਗੇ ਟ੍ਰਿਗਨੋਮੈਟ੍ਰਿਕ ਫਾਰਮੂਲਾਜ਼, ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੂੰ ਯਾਦ ਰੱਖਣਾ, ਉਹਨਾਂ ਦੀ ਰੇਂਜ ਨੂੰ ਯਾਦ ਰੱਖਣ ਦੇ ਤਰੀਕੇ। So after this we will continue the exercise 2.1 from your NCERT exercise. So let us see how to find the principal values of this function. हाँ, principal value ਕੀ ਹੁੰਦੀ ਹੈ, ਦੇਖੋ ਸਾਈਨ ਇਨਵਰਸ ਦਾ ਜੋ ਗ੍ਰਾਫ ਆ, ਸਾਈਨ ਇਨਵਰਸ ਦਾ ਗ੍ਰਾਫ ਕੁਛ ਇੱਦਾਂ ਹੁੰਦਾ, ਸਮਥਿੰਗ ਲਾਈਕ ਦਿਸ। ਕੁਛ ਇੱਦਾਂ ਦਾ ਗ੍ਰਾਫ ਹੁੰਦਾ ਸਾਈਨ ਇਨਵਰਸ ਦਾ। ਬੁੱਕ ਦੇ ਵਿੱਚ ਵੀ ਮੈਂਸ਼ਨ ਹੀ ਹੋਣਾ। ਆਈ ਹੋਪ ਸੋ ਇਟ ਇਜ਼ in book, yes, we can find in the book. This is the graph of sine function. ਤਾਂ ਆਪਾਂ ਪ੍ਰਿੰਸੀਪਲ ਬ੍ਰਾਂਚ ਕਿਹੜੀ ਲੈਣੀ ਹੁੰਦੀ ਆ, ਆਪਾਂ ਪ੍ਰਿੰਸੀਪਲ ਬ੍ਰਾਂਚ ਲੈਣੀ ਹੈ ਇੱਥੋਂ ਤੋਂ ਲੈ ਕੇ -π/2 ਤੋਂ π/2 ਤੱਕ। ਮਤਲਬ ਇੱਕ ਇੰਟਰਵਲ ਚੂਜ਼ ਕਰਨਾ ਵਾ। ਬਾਕੀ ਇੰਟਰਵਲਸ ਦੇ ਵਿੱਚ ਕੀ ਹੁੰਦਾ ਵਾ, ਸਾਈਨ ਦੀਆਂ ਵੈਲਿਊਜ਼ ਰਿਪੀਟ ਕਰਦੀਆਂ ਜਾਂਦੀਆਂ ਨੇ ਅੱਗੇ ਦੀ ਅੱਗੇ। ਸੋ ਆਪਾਂ
ਇੱਕ ਪ੍ਰਿੰਸੀਪਲ ਮੇਨ ਬ੍ਰਾਂਚ ਆਪਾਂ ਜੋ ਚੂਜ਼ ਕਰਾਂਗੇ ਫਸਟ ਪਹਿਲੀ ਵਾਰ, ਤਾਂ ਉਹ ਜਿਹੜੀ ਬ੍ਰਾਂਚ ਆ ਉਹਨੂੰ ਬੋਲਦੇ ਆ ਪ੍ਰਿੰਸੀਪਲ ਬ੍ਰਾਂਚ। ਮਤਲਬ ਜਿੱਥੇ ਜਿਹੜੀ ਤੁਹਾਡੀ ਰੇਂਜ ਆ, ਤੁਸੀਂ ਰੇਂਜ ਨੂੰ ਕੀ ਬੋਲੋਗੇ, ਪ੍ਰਿੰਸੀਪਲ ਬ੍ਰਾਂਚ ਬੋਲੋਗੇ। ਉਸ ਬ੍ਰਾਂਚ ਦੇ ਵਿੱਚੋਂ ਆਪਾਂ ਕੀ ਕਰਨਾ ਵਾ, ਵੈਲਿਊਜ਼ ਨੂੰ ਡਿਟਰਮਿਨ ਕਰਨਾ ਵਾ, ਵੈਲਿਊਜ਼ ਨੂੰ ਫਾਈਂਡ ਕਰਨਾ। ਸੋ ਆਫਟਰ 15 ਮਿੰਟਸ ਲੈਟ ਅਸ ਸਟਾਰਟ ਦਾ ਐਕਸਰਸਾਈਜ਼ 2.1 that is most important for the examination point of view. Well, you can see here, welcome back we can say, no not welcome back, we will change a page only. So first question is find the principal value of sin inverse minus 1 by 2. So first step ਆਪਾਂ ਇਸ question 'ਚ ਕੀ ਕਰਨਾ ਵਾ, ਆਪਾਂ sin inverse minus 1 by 2 ਨੂੰ equal ਰੱਖਣਾ ਵਾ y ਜਾਂ x ਜਾਂ theta whatever you like here, ਤੁਸੀਂ ਕੋਈ ਵੀ word use ਕਰ ਸਕਦੇ ਹੋ। This implies ਆ ਇਨਵਰਸ ਉਧਰ ਸ਼ਿਫਟ ਕਰਾਂਗੇ ਆਪਾਂ, ਇਟ ਵਿਲ ਬੀ sin y is equals to minus of 1 by 2, ਠੀਕ ਹੈ। ਤਾਂ ਹੁਣ ਆਪਾਂ ਟ੍ਰਿਗਨੋਮੈਟਰੀ ਦੇ ਚਾਰਟ ਤੇ ਚੱਲਦੇ ਹਾਂ, ਜੋ ਕਿ ਆਪਾਂ 10th ਕਲਾਸ 'ਚ ਪੜ੍ਹਿਆ ਹੋਇਆ ਵਾ ਚਾਰਟ। ਆਈ ਹੋਪ ਸੋ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੋਣਾ। ਅਗਰ ਨਹੀਂ ਆਉਂਦਾ ਯੂ ਕੈਨ ਮੈਸੇਜ ਮੀ ਔਨ ਮਾਈ ਇੰਸਟਾਗ੍ਰਾਮ ਅਕਾਊਂਟ way2 varun, I will give you the chart, photograph of that chart. Okay, so sin y is equals to minus 1 by 2। ਹੁਣ 1 ਤੁਸੀਂ ਮਾਈਨਸ ਨੂੰ ਇਗਨੋਰ ਕਰੋ ਫਿਲਹਾਲ ਲਈ। ਬਟ ਯੂ ਹੈਵ ਟੂ ਫਾਈਂਡ, ਤੁਸੀਂ ਫਾਈਂਡ ਕੀ ਕਰਨਾ ਵਾ, ਤੁਸੀਂ ਫਾਈਂਡ ਕਰਨਾ ਵਾ ਪਾਈ ਬਾਈ 6, ਠੀਕ ਹੈ। ਤਾਂ ਦੇਖੋ ਮਾਈਨਸ 1 ਬਾਈ 2 ਨੂੰ ਮੈਂ ਲਿਖ ਸਕਦਾ ਵਾਂ ਮਾਈਨਸ ਦਾ 1 ਇੰਟੂ 1 ਬਾਈ 2, ਕੁਛ ਇੱਦਾਂ। ਅਤੇ 1 ਬਾਈ 2 ਨੂੰ ਮੈਂ ਕੀ ਲਿਖੂੰਗਾ, ਮਾਈਨਸ ਦਾ 1 ਇੱਦਾਂ ਹੀ ਆ। 1 ਬਾਈ 2 ਨੂੰ ਮੈਂ ਲਿਖ ਸਕਦਾ ਵਾਂ ਸਾਈਨ ਪਾਈ ਬਾਈ 6। ਆਪਾਂ ਨੂੰ ਪਤਾ ਵਾ ਵੀ ਜੋ ਸਾਈਨ ਥੀਟਾ ਹੁੰਦਾ ਵਾ, ਤੁਹਾਨੂੰ ਮੈਂ ਜੋ ਫਾਰਮੂਲਾ ਪੜ੍ਹਾਇਆ ਸੀ ਵੀ ਉਹਦਾ ਜਿਹੜਾ ਮਾਈਨਸ ਹੈ ਉਹ ਕੀ ਹੋਊਗਾ ਆਪਣੇ ਕੋਲੇ, ਤੁਹਾਨੂੰ ਯਾਦ ਹੋਣਾ ਮਾਈਨਸ ਨੇ ਕੀ ਹੋਣਾ, ਅੰਦਰ ਆਪਾਂ ਉਹਨੂੰ ਸ਼ਿਫਟ ਕਰ ਸਕਦੇ ਹਾਂ। ਸੋ ਇਟ ਵਿਲ ਬਿਕਮਸ, ਇਹਨੇ ਕੀ ਬਣ ਜਾਣਾ ਆਪਣੇ ਕੋਲ, ਇਟ ਵਿਲ ਬਿਕਮਸ ਸਾਈਨ ਮਾਈਨਸ ਪਾਈ ਬਾਈ 6। ਤਾਂ ਇਹ ਸਾਈਨ ਪਾਈ ਮਾਈਨਸ ਪਾਈ ਬਾਈ 6 ਬਣ ਗਿਆ। ਹੁਣ ਸਾਈਨ ਫੰਕਸ਼ਨ ਦੀ ਰੇਂਜ ਕਿੰਨੀ ਸੀ, ਰੇਂਜ ਆਫ ਸਾਈਨ ਫੰਕਸ਼ਨ, ਰੇਂਜ ਉਹਦੀ ਸੀਗੀ ਆਪਣੇ ਕੋਲੇ ਮਾਈਨਸ ਪਾਈ ਬਾਈ 2 ਤੋਂ ਪਾਈ ਬਾਈ 2। ਜੇ ਆਪਾਂ ਦੇਸੀ ਤਰੀਕੇ 'ਚ ਗੱਲ ਕਰੀਏ ਤਾਂ ਮਾਈਨਸ 90 ਤੋਂ 90 ਤੱਕ ਦੀ ਰੇਂਜ ਹੁੰਦੀ ਹੈ। ਤਾਂ ਮਾਈਨਸ 90 ਤੋਂ 90 ਦੇ ਵਿੱਚ ਆ ਜੋ ਵੈਲਿਊ ਹੈ ਇਹ ਕਿੰਨੀ ਹੈ ਆਪਣੇ ਕੋਲੇ 30, ਮਾਈਨਸ 30। ਤਾਂ ਮਾਈਨਸ 30 ਦੇ ਵਿੱਚ ਬਿਲੋਂਗ ਕਰਦਾ ਨਾ, ਤਾਂ ਆਪਾਂ ਇੱਥੇ ਲਿਖਾਂਗੇ ਸਿੰਸ ਮਾਈਨਸ ਪਾਈ ਬਾਈ 6 ਬਿਲੋਂਗਸ ਟੂ ਰੇਂਜ ਆਫ ਸਾਈਨ ਇਨਵਰਸ। ਸਾਈਨ ਇਨਵਰਸ ਦੀ ਰੇਂਜ ਨੂੰ ਇਹ ਕੀ ਕਰਦਾ ਪਿਆ ਵਾ, ਬਿਲੋਂਗ ਕਰਦਾ ਪਿਆ ਵਾ। ਜੇ ਇਹ ਬਿਲੋਂਗ ਕਰਦਾ ਪਿਆ ਵਾ ਦੈਨ ਓਨਲੀ ਵੀ ਆਰ ਏਬਲ, ਤਾਂ ਹੀ ਅਸੀਂ ਏਬਲ ਹੋਵਾਂਗੇ ਕੀ ਕਰਨ ਦੇ ਲਈ, ਸਾਈਨ ਦੇ ਨਾਲ ਸਾਈਨ ਕੈਂਸਲ ਕਰਨ ਲਈ। ਦਿਸ ਇੰਪਲਾਈਜ਼ ਤਾਂ ਜੋ y ਦੀ ਵੈਲਿਊ ਆ ਉਹ ਕਿੰਨੀ ਆ ਜਾਏਗੀ ਆਪਣੇ ਕੋਲ ਮਾਈਨਸ ਪਾਈ ਬਾਈ 6। ਸੋ ਦਿਸ ਵਿਲ ਬੀ ਦਾ ਆਨਸਰ ਆਫ ਯੂਅਰ ਫਸਟ ਕੁਐਸਚਨ, ਠੀਕ ਹੈ। ਆਈ ਹੋਪ ਸੋ ਇਹ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ ਹੁਣ। ਨਾਓ ਲੈਟ ਅਸ ਮੂਵ ਔਨ ਦਾ ਨੈਕਸਟ ਕੁਐਸਚਨ। ਵੈਲ ਯੂਅਰ ਨੈਕਸਟ ਕੁਐਸਚਨ ਇਜ਼ cos ਇਨਵਰਸ ਅੰਡਰ ਰੂਟ 3/2। ਨੈਗੇਟਿਵ ਵਗੈरह ਤਾਂ ਕੋਈ ਹੈ ਹੀ ਨਹੀਂ, ਸਿੱਧਾ ਹੀ ਆਪਾਂ ਇਹਨੂੰ ਡਾਇਰੈਕਟਲੀ ਥੀਟਾ ਦੇ ਇਕੁਅਲ ਲੈਟ ਕਰਦੇ ਹਾਂ। ਇਹਦਾ ਮਤਲਬ ਆਪਣੇ ਕੋਲ cos ਥੀਟਾ ਜੋ ਹੈ ਉਹ ਆਏਗਾ ਆਪਣੇ ਕੋਲ ਅੰਡਰ ਰੂਟ 3/2 ਦੇ ਇਕੁਅਲ। ਇੰਨਾ ਕਲੀਅਰ ਆ, ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ। ਇਸ ਤੋਂ ਬਾਅਦ ਹੁਣ ਆਪਣਾ ਕੰਮ ਕੀ ਆ, ਅੰਡਰ ਰੂਟ 3/2 ਫਾਈਂਡ ਕਰਨਾ। ਤਾਂ ਅੰਡਰ ਰੂਟ 3/2 ਨੂੰ ਮੈਂ ਲਿਖ ਸਕਦਾ cos ਪਾਈ ਬਾਈ 6, ਠੀਕ ਹੈ ਜੀ, 10th ਕਲਾਸ ਦੇ ਚਾਰਟ ਦੇ ਅਕੋਰਡਿੰਗ। ਤਾਂ ਹੁਣ cos ਦੀ ਜੋ ਰੇਂਜ ਹੈ ਉਹ ਰੇਂਜ ਸੀਗੀ ਆਪਣੇ ਕੋਲ 0 to ਪਾਈ, ਇਹੀ ਰੇਂਜ ਸੀ। ਤਾਂ ਪਾਈ ਬਾਈ 6 ਓਬਵੀਅਸਲੀ 0 ਤੋਂ ਵੱਡਾ ਵਾ ਅਤੇ ਪਾਈ ਤੋਂ ਛੋਟਾ, ਮਤਲਬ ਵਿੱਚ ਲਾਈ ਕਰਦਾ ਪਿਆ ਸੀ, ਠੀਕ ਹੈ। ਜੇ ਪਾਈ ਦੀ ਇਕੁਅਲ ਵੀ ਹੋ ਜਾਂਦਾ ਤਾਂ ਵੀ ਆਪਾਂ ਯੂਜ਼ ਕਰ ਸਕਦੇ ਸੀ, ਦੇਅਰ ਇਜ਼ ਨੋ ਪ੍ਰੋਬਲਮ। ਦਿਸ ਇੰਪਲਾਈਜ਼ ਜੋ ਥੀਟਾ ਸੀ ਆਪਣਾ ਉਹਦੀ ਵੈਲਿਊ ਕਿੰਨੀ ਆਏਗੀ ਆਪਣੇ ਕੋਲੇ, that value is pi by 6. So here your second question is also over. Now let us move on the third one. Again a simple question is there, cosecant inverse 2। cosecant inverse 2 ਦਾ ਮਤਲਬ ਆਪਾਂ 2 ਦੀ ਵੈਲਿਊ ਦੇਖਾਂਗੇ ਤਾਂ ਇਹਨੂੰ ਆਪਾਂ ਕੀ ਲਿਖਾਂਗੇ, ਇਕੁਅਲ ਟੂ ਥੀਟਾ। ਦਿਸ ਇੰਪਲਾਈਜ਼ cosecant ਥੀਟਾ ਇਜ਼ ਇਕੁਅਲਸ ਟੂ 2, ਤੇ 2 ਨੂੰ ਮੈਂ ਲਿਖ ਸਕਦਾ ਵਾਂ cosecant ਪਾਈ ਬਾਈ 6। ਦੁਬਾਰਾ ਮੈਂ ਇਹਨੂੰ ਪਾਈ ਬਾਈ 6 ਲਿਖ ਸਕਦਾ ਹਾਂ। ਤਾਂ ਇਹਦਾ ਮਤਲਬ ਦਿਸ ਇੰਪਲਾਈਜ਼ ਥੀਟਾ ਦੀ ਵੈਲਿਊ ਕਿੰਨੀ ਆਏਗੀ, ਪਾਈ ਬਾਈ 6 ਆਏਗੀ। ਕਿਉਂ ਆਏਗੀ ਪਾਈ ਬਾਈ 6, ਇੱਥੇ ਕਿਉਂ ਰੁਕਣਾ ਪਿਆ, ਕਿਉਂਕਿ ਮੈਨੂੰ ਪਤਾ ਵਾ ਵੀ ਜੋ ਕੋਸੀਕੈਂਟ ਇਨਵਰਸ ਦੀ ਬ੍ਰਾਂਚ ਹੈ, ਠੀਕ ਹੈ, ਬ੍ਰਾਂਚ ਕੀ ਹੈ ਉਹਦੀ, ਕੋਸੀਕੈਂਟ ਇਨਵਰਸ ਦੀ ਮਾਈਨਸ ਪਾਈ ਬਾਈ 2 ਤੋਂ ਪਾਈ ਬਾਈ 2, ਇਹਦੇ ਵਿੱਚੋਂ ਡਿਲੀਟਡ ਸਿਰਫ 0 ਹੈ। ਤਾਂ ਆ ਜੋ ਵੈਲਿਊ ਆ ਉਹ ਇਹਨਾਂ ਦੋਨਾਂ ਦੇ ਵਿੱਚ ਲਾਈ ਕਰਦੀ ਹੈ। ਦੈਟਸ ਵਾਈ ਦਿਸ ਵਿਲ ਬੀ ਦਾ ਆਨਸਰ ਆਫ ਦਿਸ ਕੁਐਸਚਨ। ਲੈਟ ਅਸ ਮੂਵ ਔਨ ਦਾ fourth one. Well, you can see here next is tan inverse minus under root 3. So it's a solution. What will be the solution of this question? Solution देखते हैं ਆਪਾਂ, ਉਹੀ ਚੀਜ਼ ਹੈ ਰਾਜੇ ਸਾਈਨ ਵਾਲੀ ਚੀਜ਼ ਹੀ ਆ। ਮਤਲਬ ਆਪਾਂ ਇਹਦੇ 'ਚ ਕੀ ਕਰਨਾ, ਸਾਈਨ ਜੋ ਸਾਈਨ ਵਾਲੇ ਫੰਕਸ਼ਨ ਕੀਤੇ ਮਾਈਨਸ ਮੂਨਸ ਇੱਧਰ ਉੱਧਰ ਐਡਜਸਟ ਕਰ ਰਹੇ ਸੀ ਆਪਾਂ, ਤਾਂ ਇਹਨੂੰ ਮੈਂ ਡਾਇਰੈਕਟ ਲਿਖਣ ਲੱਗਿਆ tan, ਇੱਥੇ ਆਪਾਂ ਥੀਟਾ ਦੇ ਇਕੁਅਲ ਲੈਟ ਕਰਦੇ ਹਾਂ। ਤਾਂ tan ਥੀਟਾ ਆਏਗਾ ਮਾਈਨਸ ਦਾ ਅੰਡਰ ਰੂਟ 3। ਤਾਂ ਇਹਨੂੰ ਮੈਂ ਲਿਖ ਸਕਦਾ -1 ਇੰਟੂ ਅੰਡਰ ਰੂਟ 3, ਠੀਕ ਹੈ, ਮੇਰਾ ਤਰੀਕਾ ਵਾ। ਤਾਂ -1 ਤਾਂ ਐਜ਼ ਇਟ ਇਜ਼ ਰਹਿ ਜਾਏਗਾ ਇੱਥੇ। ਅੰਡਰ ਰੂਟ 3 ਦੀ ਵੈਲਿਊ ਜੋ ਹੁੰਦੀ ਆ ਉਹ ਹੁੰਦੀ ਹੈ tan ਪਾਈ ਬਾਈ 3,
ਓਕੇ ਸੋ ਉਸ ਤੋਂ ਬਾਅਦ ਇਹ ਮਾਈਨਸ ਨੂੰ ਆਪਾਂ ਅੰਦਰ ਸ਼ਿਫਟ ਕਰਾਂਗੇ, ਇਹ ਹੋ ਜਾਏਗਾ tan ਮਾਈਨਸ ਪਾਈ ਬਾਈ 3। ਹੁਣ ਗੱਲ ਇਹ ਹੈ ਵੀ ਇਹਦੀ ਜੋ ਡੋਮੇਨ ਹੈ ਉਹ ਕੀ ਸੀ ਆਪਣੇ ਕੋਲੇ, ਓਪਨ ਇੰਟਰਵਲ, ਸੌਰੀ ਰੇਂਜ ਨਾਟ ਡੋਮੇਨ, ਇਹਦੀ ਰੇਂਜ ਸੀ ਓਪਨ ਇੰਟਰਵਲ ਮਾਈਨਸ ਪਾਈ ਬਾਈ 3 ਤੋਂ ਸੌਰੀ ਪਾਈ ਬਾਈ 2 ਤੋਂ ਮਾਈਨਸ ਪਾਈ ਬਾਈ 2 ਤੋਂ ਪਾਈ ਬਾਈ 2। ਤਾਂ ਆ ਜੋ ਵੈਲਿਊ ਆ ਇਹਦੇ ਵਿੱਚ ਲਾਈ ਕਰਦੀ ਪਈ ਹੈ, ਇਹਦਾ ਮਤਲਬ ਥੀਟਾ ਦਾ ਜੋ ਆਂਸਰ ਆ ਡਾਇਰੈਕਟਲੀ ਮਾਈਨਸ ਪਾਈ ਬਾਈ 3 ਆਪਾਂ ਲਿਖ ਸਕਦੇ ਹਾਂ। ਸੋ ਫੋਰਥ ਕੁਐਸਚਨ ਇਜ਼ ਆਲਸੋ ਓਵਰ ਹੇਅਰ। ਲੈਟ ਅਸ ਸੀ ਦ ਫਿਫਥ ਵਨ। ਫਿਫਥ ਕੁਐਸਚਨ ਦੇਖਦੇ ਹਾਂ। So students, this is a good question from me, for me this is a good question for me, मेरे लिए ये good question है, एग्जाम ਦੇ ਪੁਆਇੰਟ ਆਫ व्यू ਤੋਂ ਵੀ ਅੱਛਾ ਕੁਐਸਚਨ ਹੈ ਕਿਉਂਕਿ ਸਾਈਨ ਕੋਸੀਕੈਂਟ ਤੇ ਟੈਨ ਆਪਾਂ ਪੜਿਆ ਵਾ ਵੀ ਇਹਨਾਂ ਤਿੰਨਾਂ ਦੇ ਇੱਕ ਆ ਵਾ। ਹੁਣ ਆਪਾਂ ਥੋੜਾ ਜਿਹਾ cos ਨੂੰ ਡਿਸਕਸ ਹੋਰ ਕਰਦੇ ਹਾਂ ਵੀ ਜੇ cos ਨੈਗੇਟਿਵ ਆ ਜਾਵੇ ਫਿਰ ਕੀ ਬਣੂਗਾ। cos ਥੀਟਾ ਇਜ਼ ਇਕੁਅਲ ਟੂ -1/2 ਇਹੀ ਆਊਗਾ। ਹੁਣ cos ਦਾ ਮਾਈਨਸ ਆਪਾਂ ਅੰਦਰ ਸ਼ਿਫਟ ਨਹੀਂ ਕਰ ਸਕਦੇ, cos ਦਾ ਮਾਈਨਸ ਆਪਾਂ ਨੂੰ ਟਰਬਲ ਕਰਵਾ ਸਕਦਾ ਹੈ, ਠੀਕ ਹੈ। ਤਾਂ ਇਹਨੂੰ ਆਪਾਂ ਕੀ ਲਿਖਾਂਗੇ, -1/2 ਨੂੰ ਮੈਂ ਮਾਈਨਸ ਇੱਥੇ ਲਿਖੂੰਗਾ ਤਾਂ ਇਹਨੂੰ ਮੈਂ ਲਿਖੂੰਗਾ cos ਪਾਈ ਬਾਈ 3। ਹੁਣ ਗੱਲ ਇਹ ਹੈ ਵੀ cos ਨੈਗੇਟਿਵ ਹੈ, ਨੈਗੇਟਿਵ ਦਾ ਮਤਲਬ ਕੀ ਆ ਵੀ ਇਹ ਕਿਹੜੇ ਕੁਆਡਰੈਂਟ 'ਚ ਹੋਊਗਾ। ਦੇਖੋ ਥਰਡ ਕੁਆਡਰੈਂਟ 'ਚ ਜਾਣਾ ਕੋਈ ਨਹੀਂ, ਫਸਟ 'ਚ ਸਾਰੇ ਪੋਜ਼ਿਟਿਵ ਹੁੰਦੇ ਆ, ਤਾਂ ਇਹ ਦੋ ਤਾਂ ਕੱਟੇ ਗਏ ਆਪਣੇ ਕੋਲ। ਫੋਰਥ ਕੁਆਡਰੈਂਟ 'ਚ cos ਪੋਜ਼ਿਟਿਵ ਹੁੰਦਾ ਤਾਂ ਫੋਰਥ ਵੀ ਆਪਣੇ ਲਈ ਕੈਂਸਲ ਹੋ ਗਿਆ, ਆਪਣੇ ਲਈ ਬਚਿਆ ਖੁਚਿਆ ਕੀ ਰਹਿ ਗਿਆ, ਸੈਕਿੰਡ ਕੁਆਡਰੈਂਟ ਹੀ ਬਚਿਆ। ਤਾਂ ਆਪਾਂ ਇਹਨੂੰ ਸੈਕਿੰਡ ਕੁਆਡਰੈਂਟ 'ਚ ਲੈ ਕੇ ਜਾਣਾ। ਸੈਕਿੰਡ ਕੁਆਡਰੈਂਟ ਦੇ ਵਿੱਚ ਜਦੋਂ ਆਪਾਂ ਇਹਨੂੰ ਲੈ ਕੇ ਜਾਣਾ ਹੈ ਤਾਂ ਉਹਦਾ ਕ੍ਰਾਈਟੀਰੀਆ ਕੀ ਆ, ਇਹਨੂੰ ਆਪਾਂ ਲਿਖਣਾ ਪੈਣਾ ਵਾ cos ਪਾਈ ਮਾਈਨਸ ਪਾਈ ਬਾਈ 3 180 ਮਾਈਨਸ ਥੀਟਾ। cos 180 ਮਾਈਨਸ ਥੀਟਾ ਮੈਨੂੰ ਪਤਾ, ਇੱਥੇ ਮੈਂ ਲਿਖ ਦਿੰਦਾ ਬਿਕੋਜ਼ cos ਪਾਈ ਮਾਈਨਸ ਥੀਟਾ ਜੋ ਹੁੰਦਾ ਉਹ ਹੁੰਦਾ ਮਾਈਨਸ ਆਫ cos ਥੀਟਾ। ਨੈਗੇਟਿਵ ਹੁੰਦਾ ਵਾ ਕਿਉਂਕਿ ਉਹ cos ਦਾ ਆਪਣਾ ਹਾਊਸ ਨਹੀਂ ਹੈ, ਉਹ ਸਾਈਨ ਦੇ ਘਰੇ ਚਲਾ ਗਿਆ, ਠੀਕ ਹੈ। ਇਸ ਲਈ ਉਹਨੂੰ ਕੋਈ ਪਸੰਦ ਨਹੀਂ ਕਰਦਾ ਵੀ ਉਹ ਸਾਈਨ ਦੇ ਘਰੇ ਕਿਉਂ ਆਇਆ ਵਾ, ਕਿਉਂਕਿ ਉਹਦੇ ਨਾਲ ਪੇਅਰਿੰਗ ਵੀ ਨਹੀਂ ਕੀਤੀ ਸੀ, ਦੈਟਸ ਵਾਈ ਸਾਈਨ ਬਹੁਤ ਗੁੱਸੇ 'ਚ। ਓਕੇ ਸੋ ਇਹ ਚੀਜ਼ ਆ ਗਈ ਆਪਣੇ ਕੋਲ। ਤਾਂ ਇਹਨੂੰ ਹੁਣ ਤੁਸੀਂ ਕੀ ਕਰੋਗੇ, ਇਹਨੂੰ ਸੋਲਵ ਕਰ ਲਓ। ਇਹਨੂੰ ਸੋਲਵ ਕਰੋਗੇ ਤਾਂ ਆਪਣੇ ਕੋਲ ਇਨਸਾਈਡ ਮਾਈਨਸ ਆਪਾਂ ਐਡਜਸਟ ਕਰਨਾ ਸੀ ਨਾ, ਮਾਈਨਸ ਐਡਜਸਟ ਕਰ ਚੁੱਕੇ ਹਾਂ। ਹੁਣ ਇਹਨੂੰ ਸੋਲਵ ਕਰ ਲਓ। ਇਟ ਵਿਲ ਬੀ 3 ਪਾਈ ਮਾਈਨਸ ਪਾਈ ਬਾਈ 3, ਇਟ ਵਿਲ ਬੀ cos 2 ਪਾਈ ਬਾਈ 3। ਤਾਂ cos 2 ਪਾਈ ਬਾਈ 3 ਹੋ ਗਿਆ। ਹੁਣ ਤੁਸੀਂ ਚੈੱਕ ਕਰ ਲਓ ਵੀ ਜੋ 2 ਪਾਈ ਬਾਈ 3 ਹੈ ਉਹ ਕੀ ਆ, ਉਹ ਬਿਲੋਂਗ ਕਰਦਾ ਵਾ ਜੋ cos ਦਾ ਆਪਣੇ ਕੋਲ ਰੇਂਜ ਇੰਟਰਵਲ ਸੀ। ਰੇਂਜ ਇੰਟਰਵਲ ਸੀਗਾ ਆਪਣੇ ਕੋਲ 0 to ਪਾਈ ਦੇ ਵਿੱਚ ਵਾਲਾ, ਕਲੋਜ਼ਡ ਇੰਟਰਵਲਸ ਦੇ ਵਿੱਚ। ਤਾਂ ਇਹ 2 ਪਾਈ ਬਾਈ 3 ਜੋ ਹੈ ਇਹਦੇ ਵਿੱਚ ਆ ਰਿਹਾ ਵਾ। ਦੈਟ ਮੀਨਸ ਥੀਟਾ ਦੀ ਜੋ ਪ੍ਰਿੰਸੀਪਲ ਵੈਲਿਊ ਆ ਉਹ ਕਿੰਨੀ ਆਏਗੀ, ਉਹ ਆਏਗੀ ਆਪਣੇ ਕੋਲ 2 ਪਾਈ ਬਾਈ 3। ਥੀਟਾ ਪ੍ਰਿੰਸੀਪਲ ਵੈਲਿਊ ਆਫ, ਕੱਲਾ ਥੀਟਾ ਨਹੀਂ ਲਿਖੋਗੇ, ਮਤਲਬ ਥੀਟਾ ਦੀ ਵੈਲਿਊ ਆ ਗਈ, ਦੇਅਰਫੋਰ ਆਪਾਂ ਲਿਖ ਦਿੰਦੇ ਹਾਂ ਪ੍ਰਿੰਸੀਪਲ ਵੈਲਿਊ ਆਫ PV ਆਫ cos ਇਨਵਰਸ -1/2 ਫਲਾਣਾ ਜੋ ਵੀ। ਵੈਸੇ ਵੀ ਇਹ ਚੀਜ਼ ਥੀਟਾ ਦੇ ਇਕੁਅਲੀ ਲਿਖੀ ਹੋਈ ਸੀ ਆਪਾਂ, ਹੈ ਨਾ, ਕੋਈ ਫਰਕ ਨਹੀਂ ਪੈਂਦਾ। ਇਟ ਵਿਲ ਬੀ 2 ਪਾਈ ਬਾਈ 3 ਇੱਦਾਂ ਲਿਖ ਦਿਓ। ਕਈ ਵਾਰ ਕੋਈ ਐਗਜ਼ਾਮੀਨਰ ਹਾਫ ਮਾਰਕਸ ਕੱਟ ਵੀ ਲੈਂਦਾ ਹੁੰਦਾ, ਕੋਈ ਸਟ੍ਰਿਕਟ ਵੀ ਆ ਜਾਂਦਾ ਵਿੱਚ ਦੀ, ਠੀਕ ਹੈ। ਸੋ ਆਫਟਰ ਡੂਇੰਗ ਦਿਸ ਫਿਫਥ ਕੁਐਸਚਨ ਲੈਟ ਅਸ ਕੰਟੀਨਿਊ ਵਿਦ ਦ ਸਿਕਸਥ ਵਨ। ਸਿਕਸਥ ਕੁਐਸਚਨ ਦੇਖਦੇ ਹਾਂ। tan ਇਨਵਰਸ -1 ਇਕੁਅਲ ਟੂ, ਫਿਰ ਥੀਟਾ ਲਿਖ ਲਾਂਗੇ, ਇਹਦਾ ਮਤਲਬ tan ਥੀਟਾ ਦੀ ਜੋ ਵੈਲਿਊ ਆਏਗੀ ਉਹ ਆਪਣੇ ਕੋਲ -1 ਆ ਜੂਗੀ। -1 ਨੂੰ ਲਿਖ ਸਕਦੇ ਹਾਂ -1 ਇੰਟੂ 1, ਉਸ ਤੋਂ ਬਾਅਦ ਇਹਨੂੰ -1 ਇੰਟੂ tan ਪਾਈ ਬਾਈ 4 ਲਿਖ ਸਕਦੇ ਹਾਂ, ਠੀਕ ਹੈ। ਉਹੀ ਪੁਰਾਣਾ ਕੰਮ tan ਦੇ ਲਈ ਤਾਂ ਇਕੁਅਲਸ ਟੂ -ਪਾਈ ਬਾਈ 4 ਲਿਖ ਸਕਦੇ ਹਾਂ tan ਆਊਟਸਾਈਡ ਤੇ। -ਪਾਈ ਬਾਈ 4 ਜੋ ਹੈ ਕਲੀਅਰ ਕੱਟ ਉਹ -ਪਾਈ ਬਾਈ 2 ਤੋਂ ਪਾਈ ਬਾਈ 2 ਨੂੰ ਬਿਲੋਂਗ ਕਰਦਾ ਵਾ। ਸਿੰਪਲ ਕੁਐਸਚਨ, ਇਹਦਾ ਮਤਲਬ ਥੀਟਾ ਦੀ ਵੈਲਿਊ ਆ ਜਾਏਗੀ ਆਪਣੇ ਕੋਲ -ਪਾਈ ਬਾਈ 4। ਦਿਸ ਵਿਲ ਬੀ ਦ ਆਂਸਰ ਆਫ ਯੂਰ very simple sixth question. Let us move on the seventh question. So with the help of my FB account Varun Goyal, you can see seventh question also FB account ਤੋਂ ਬਾਅਦ ਆਪਾਂ seventh question ਵੀ discuss ਕਰ ਲੈਂਦੇ ਹਾਂ, ਠੀਕ ਹੈ। So seventh question ਆਪਣੇ ਕੋਲ ਕੀ ਆ, that question is secant inverse 2/√3, secant inverse 2/√3। ਇਹ question ਦੀ statement ਆ ਆਪਣੇ ਕੋਲ, ਠੀਕ ਹੈ ਜੀ। ਤਾਂ ਸਟੇਟਮੈਂਟ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਥੀਟਾ ਦੇ ਇਕੁਅਲ ਰੱਖਣ ਦੀ। ਤਾਂ ਆਪਾਂ ਨੂੰ ਪਤਾ ਜੋ ਸਿਕੈਂਟ ਥੀਟਾ ਉਹ ਆਏਗਾ ਆਪਣੇ ਕੋਲ 2/√3। ਨੈਗੇਟਿਵ ਸਾਈਨ ਨਹੀਂ ਹੈ ਨਾ, ਫਿਰ ਇੰਨਾ ਜ਼ਿਆਦਾ ਚੱਕਰ ਨਹੀਂ ਪੈਂਦਾ, ਠੀਕ ਹੈ। ਮਤਲਬ ਫਿਰ ਆਪਣੇ ਕੋਲ ਆਨਸਰ ਸਿੱਧਾ ਜਿਹਾ ਮਿਲ ਜਾਂਦਾ ਆਪਾਂ ਨੂੰ। ਇਹਨੂੰ ਆਪਾਂ ਲਿਖ ਸਕਦੇ ਹਾਂ ਸਿਕੈਂਟ ਪਾਈ ਬਾਈ 6। ਇਹਨੂੰ ਸਿਕੈਂਟ ਔਰ ਸੈਕ ਫੰਕਸ਼ਨ ਬੋਲ ਦਿੰਦੇ ਆਪਾਂ ਕਈ ਵਾਰ, ਸਿਕੈਂਟ ਔਰ ਸੈਕ ਫੰਕਸ਼ਨ, ਕੋਸਿਕੈਂਟ ਔਰ ਕੋਸੈਕ ਫੰਕਸ਼ਨ, ਇੱਦਾਂ ਵੀ ਇਹਨਾਂ ਦੇ ਨਾਮ ਆਪਾਂ ਪ੍ਰੋਨਾਊਂਸ ਕਰ ਸਕਦੇ ਹਾਂ। ਡੋਂਟ ਬੀ ਕਨਫਿਊਜ਼ ਵੀ ਉਹ ਡਿਫਰੈਂਟ ਨਾਮ ਆ ਗਏ ਆਪਣੇ ਕੋਲ, ਕੁਛ ਇੱਦਾਂ ਦਾ ਨਹੀਂ ਹੁੰਦਾ, ਡਿਫਰੈਂਟ ਨੇਮਸ ਵਾਲਾ। ਓਕੇ ਸਿਕੈਂਟ ਪਾਈ ਬਾਈ 6 ਆ ਗਿਆ। ਦਿਸ ਇੰਪਲਾਈਜ਼ ਕਲੀਅਰਲੀ ਥੀਟਾ ਦੀ ਵੈਲਿਊ ਕਿੰਨੀ ਆਏਗੀ ਆਪਣੇ ਕੋਲ, ਪਾਈ ਬਾਈ 6 ਆਏਗੀ। ਕਿਉਂ ਆਏਗੀ, ਕਿਉਂਕਿ ਇਹਦੀ ਜੋ ਰੇਂਜ ਆ, ਰੇਂਜ ਉਹ ਮੈਂ ਦੁਬਾਰਾ ਲਿਖ ਦਿੰਦਾ ਇੱਥੇ, ਇਟ ਵਿਲ ਬੀ 0 to ਪਾਈ -ਪਾਈ ਬਾਈ 2। ਤਾਂ ਉਹਦੇ ਵਿੱਚੋਂ ਆਪਾਂ ਮਾਈਨਸ ਕੀ ਕਰਾਂਗੇ, ਪਾਈ ਬਾਈ 2 ਨੂੰ ਮਾਈਨਸ ਕਰਾਂਗੇ। ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ ਆਲ। ਲੈਟ ਅਸ ਮੂਵ ਔਨ ਦ 8th ਵਨ। 8th ਕੁਐਸਚਨ ਹੈ ਆਪਣੇ ਕੋਲ, 8th ਕੁਐਸਚਨ ਇਜ਼
cot इनवर्स अंडर रूट 3, cot इनवर्स अंडर रूट 3 ਨੂੰ ਆਪਾਂ y ਦੇ ਇਕੁਅਲ ਲੈਟ ਕਰ ਲੈਂਦੇ ਆ। दिस इंप्लाइज जो cot y ਆ ਉਹ अंडर रूट 3 ਦੇ ਇਕੁਅਲ ਆਏਗਾ। अंडर रूट 3 ਨੈਗੇਟਿਵ ਦੇ ਵਿੱਚ ਨਹੀਂ ਹੈ, ਇਸ ਲਈ ਇਹਨੂੰ cot पाई बाई 6 ਲਿਖਾਂਗੇ। ਸੋ y इज इक्वल्स टू पाई बाई 6 इज योर रिक्वायर्ड आंसर। ਲੈਟ ਅਸ मूव ऑन द 9th वन। 9th क्वेश्चन ਦੀ ਗੱਲ ਕਰਦੇ ਹਾਂ। 9th क्वेश्चन ਦੀ ਸਟੇਟਮੈਂਟ ਆਪਣੇ ਕੋਲ ਕੀ ਆ, cos ਇਨਵਰਸ -1 ਬਾਈ ਅੰਡਰ रूट 3। cos ਦੇ ਨਾਲ ਬਹੁਤ ਵਧੀਆ ਨੈਗੇਟਿਵ ਸਾਈਨ ਦੇ ਦਿੰਦੇ ਆ ਆਪਾਂ ਨੂੰ, ਇਹ ਥੋੜ੍ਹਾ ਜਿਹਾ ਆਪਾਂ ਨੂੰ ਘੁਮਾਉਂਦੇ ਆ ਜ਼ਿਆਦਾ। ਠੀਕ ਹੈ, ਘੁਮਾ ਲਓ ਵੀ, ਓਕੇ ਤੁਹਾਡੀ ਮਰਜ਼ੀ ਆ, ਹੈ ਨਾ, ਆਪਾਂ ਵੀ ਕੀ ਕਰ ਸਕਦੇ ਹਾਂ। ਤਾਂ ਇਹ ਆ ਜਾਏਗਾ ਆਪਣੇ ਕੋਲੇ cos y ਇਜ਼ ਇਕੁਅਲਸ ਟੂ -1 ਬਾਈ ਅੰਡਰ रूट 3, ਸੌਰੀ 1 ਬਾਈ ਅੰਡਰ रूट 2। ਇਹਨੂੰ ਆਪਾਂ ਲਿਖ ਸਕਦੇ ਹਾਂ -1 ਇੰਟੂ ਅੰਡਰ रूट 2, ਸੇਮ ਲਿਖ ਸਕਦੇ ਹਾਂ। ਇਟ ਇਜ਼ ਇਕੁਅਲਸ ਟੂ -1 ਐਜ਼ ਇਟ ਇਜ਼ 1 ਬਾਈ ਅੰਡਰ रूट 2 ਦੀ ਜੋ ਵੈਲਿਊ ਹੁੰਦੀ ਆ ਉਹ ਹੁੰਦੀ ਹੈ ਪਾਈ ਬਾਈ 4। ਤਾਂ ਇਹਨੂੰ ਮੈਂ ਲਿਖ ਸਕਦਾ cos ਪਾਈ ਬਾਈ 4 ਸਿੰਪਲੀ। ਔਰ ਹੁਣ ਮੈਨੂੰ ਪਤਾ ਵੀ ਨੈਗੇਟਿਵ ਅੰਦਰ ਜਾ ਨਹੀਂ ਸਕਦਾ, ਤੇ ਫਸਟ ਕੁਆਡਰੈਂਟ ਸਾਰੇ ਪੋਜ਼ਿਟਿਵ, cos ਦਾ ਆਪਣਾ ਹਾਊਸ ਆ, ਫੋਰਥ ਕੁਆਡਰੈਂਟ, ਥਰਡ ਦੀ ਆਪਾਂ ਗੱਲ ਕਰਾਂਗੇ ਹੀ ਨਹੀਂ, ਇਸ ਲਈ ਆਪਾਂ ਨੇ ਲਈ ਰਹਿ ਗਿਆ ਸੈਕਿੰਡ ਕੁਆਡਰੈਂਟ। ਸੈਕਿੰਡ 'ਚ ਪਹੁੰਚਣ ਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ, ਪਾਈ 'ਚੋਂ ਕੁਛ ਮਾਈਨਸ ਕਰਨਾ ਪੈਣਾ। ਤੁਸੀਂ ਸੋਚਦੇ ਹੋਵੋਗੇ ਹਰ ਵਾਰ ਪਾਈ 'ਚੋਂ ਕੁਛ ਮਾਈਨਸ ਕਰਕੇ ਸੈਕਿੰਡ 'ਚ ਕਿਉਂ ਆਉਂਦੇ ਆ, ਪਾਈ ਬਾਈ 2 'ਚੋਂ ਮਾਈਨਸ ਕਰਕੇ ਵੀ ਤਾਂ ਆ ਸਕਦੇ ਆ। ਜੇ ਪਾਈ ਬਾਈ 2 'ਚੋਂ ਕੁਛ ਮਾਈਨਸ ਕਰੋਗੇ ਤਾਂ ਤੁਹਾਡਾ ਜੋ ਹੈ cos ਤੇ ਸਾਈਨ ਉਹ ਵੀ ਚੇਂਜ ਹੋ ਜਾਣੇ ਆ। ਆਪਾਂ ਨੂੰ ਪਤਾ ਵਾ ਇਹ ਜਿਹੜੀ ਲਾਈਨ ਆ ਅਲਟਰਨੇਟ ਲਾਈਨ ਹੈ, ਮਤਲਬ ਕੀ ਹੈ ਇਹਨੇ ਕੀ ਹੈ, ਫੰਕਸ਼ਨਸ ਨੂੰ ਵੀ ਚੇਂਜ ਕਰ ਦੇਣਾ, ਇਸ ਲਈ ਆਪਾਂ ਇਹਨੂੰ ਥੋੜ੍ਹਾ ਜਿਹਾ ਘੱਟ ਹੀ ਅਵੋਇਡ ਹੀ ਕਰਦੇ ਹਾਂ, ਮਤਲਬ ਆਪਾਂ ਇੱਦਾਂ ਦੀ ਲਾਈਨ ਨੂੰ। ਓਕੇ, ਸੋ cos ਪਾਈ ਬਾਈ 4 ਇੱਥੇ ਆਪਣੇ ਕੋਲ ਆ ਜਾਏਗਾ। cos ਪਾਈ ਬਾਈ 4 ਆ ਗਿਆ, ਤਾਂ ਹੁਣ ਇਹ ਮਾਈਨਸ ਨੂੰ ਅਵੋਇਡ ਕਰਨ ਲਈ ਮੈਂ ਇਹਨੂੰ ਲਿਖੂੰਗਾ cos ਪਾਈ ਮਾਈਨਸ ਪਾਈ ਬਾਈ 4। ਇਹਨੂੰ ਮੈਂ ਇੱਦਾਂ ਲਿਖੂੰਗਾ। ਇਹਨੂੰ ਇੱਦਾਂ ਲਿਖਣ ਤੋਂ ਬਾਅਦ ਇਹਨੂੰ ਅੰਦਰੋਂ ਸੋਲਵ ਕਰਾਂਗੇ, ਸੋਲਵ ਕਰਕੇ ਇਟ ਵਿਲ ਬਿਕਮਸ cos 3 ਪਾਈ ਬਾਈ 4 ਐਲਸੀਐਮ ਲੈਣ ਤੋਂ ਬਾਅਦ। ਹੁਣ 3 ਪਾਈ ਬਾਈ 4 ਜੋ ਹੈ ਉਹ ਬਿਲੋਂਗ ਕਰਦਾ ਪਿਆ ਵਾ, ਇਹਦਾ ਮਤਲਬ ਜੋ ਆਪਣੇ ਕੋਲੇ y ਦੀ ਵੈਲਿਊ ਆ ਉਹ ਆਏਗੀ 3 ਪਾਈ ਬਾਈ 4, ਮਤਲਬ ਪ੍ਰਿੰਸੀਪਲ ਵੈਲਿਊ, ਕਿਉਂਕਿ ਆਪਾਂ ਨੂੰ ਪਤਾ ਹੈ ਰੇਂਜ। ਹੁਣ ਡੋਮੇਨ ਰੇਂਜ ਬਾਰ-ਬਾਰ ਮੈਂ ਨਹੀਂ ਲਿਖੂੰਗਾ। ਆਈ ਹੋਪ ਸੋ ਡੋਮੇਨ ਰੇਂਜ ਕਨਸੈਪਟ ਇਜ਼ ਕਲੀਅਰ ਟੂ ਯੂ, ਤੁਸੀਂ ਖੁਦ ਵੀ ਉਹਨੂੰ ਟਰਾਈ ਕਰ ਸਕਦੇ ਹੋ। 10th ਕੁਐਸਚਨ ਇਜ਼ ਯੂਅਰ ਹੋਮਵਰਕ ਕੁਐਸਚਨ ਅਕੋਰਡਿੰਗ ਟੂ ਮੀ। 10th ਕੁਐਸਚਨ ਤੁਹਾਨੂੰ ਖੁਦ ਵੀ ਕਰ ਲੈਣਾ ਚਾਹੀਦਾ, ਇੱਕ ਅੱਧਾ ਟਰਾਈ, ਸਾਰੇ ਕੁਐਸਚਨਸ ਮੇਰੇ ਤੋਂ ਨਹੀਂ ਕਰਵਾਉਣੇ ਚਾਹੀਦੇ। ਠੀਕ ਹੈ, ਸੋ ਲੈਟ ਅਸ ਮੂਵ ਔਨ ਦਾ ਨੈਕਸਟ 11th ਕੁਐਸਚਨ, ਦੈਟ ਇਜ਼ ਆਲਸੋ ਇੰਪੋਰਟੈਂਟ। ਵੈਲ 11th ਕੁਐਸਚਨ ਵੈਸੇ ਕਰਵਾਉਣਾ ਤਾਂ ਨਹੀਂ ਚਾਹੀਦਾ, ਚਲੋ ਕੋਈ ਗੱਲ ਨਹੀਂ, ਇਟਸ ਓਕੇ, ਕਰਵਾ ਦਿੰਦੇ ਹਾਂ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। tan ਇਨਵਰਸ 1, ਇਹਨੂੰ ਤਾਂ ਡਾਇਰੈਕਟਲੀ ਲਿਖ ਦਿਓ ਬਈ ਪਾਈ ਬਾਈ 4, ਕਿਉਂਕਿ ਇਹ 'ਚ ਨੈਗੇਟਿਵ ਸਾਈਨ ਤਾਂ ਹੈ ਨਹੀਂਗਾ, ਤਾਂ ਪਤਾ ਹੀ ਆ ਆਪਾਂ ਨੂੰ ਵੀ y ਦੀ ਵੈਲਿਊ ਜਾਂ ਜੋ ਵੀ ਆਪਾਂ ਲੈਟ ਕਰਾਂਗੇ ਉਹ ਪਾਈ ਬਾਈ 4 ਹੀ ਆਊਗਾ। ਦੇਖੋ ਇੱਦਾਂ ਦੇ ਕੁਐਸਚਨ ਨੂੰ ਕਰਨ ਦਾ ਤਰੀਕਾ ਕੀ ਹੈ, ਇਹਨੂੰ 3 ਪਾਰਟਸ 'ਚ ਸਪਲਿਟ ਕਰ ਲਓ, ਫਸਟ ਪਾਰਟ, ਸੈਕਿੰਡ ਪਾਰਟ, ਥਰਡ ਪਾਰਟ। ਤਿੰਨਾਂ ਨੂੰ ਅਲੱਗ-ਅਲੱਗ ਸੋਲਵ ਕਰੋ, ਵੈਲਿਊਜ਼ ਫਿਲ ਕਰ ਦਿਓ, ਐਲਸੀਐਮ ਲਓ, ਯੂ ਵਿਲ ਗੈਟ ਯੂਰ ਆਂਸਰ। ਹੁਣ ਆਪਾਂ ਗੱਲ ਕਰਾਂਗੇ cos ਇਨਵਰਸ -1/2 ਦੀ। cos ਇਨਵਰਸ -1/2 ਨੂੰ ਥੀਟਾ ਲਿਖਾਂਗੇ, ਤਾਂ ਆਪਣੇ ਕੋਲ cos ਥੀਟਾ ਆਏਗਾ ਮਾਈਨਸ ਦਾ 1/2। ਠੀਕ ਹੈ ਜੀ, ਇਹ ਚੀਜ਼ ਕਲੀਅਰ ਹੈ। ਤਾਂ cos ਥੀਟਾ ਇਕੁਅਲ ਟੂ ਮਾਈਨਸ ਦਾ 1/2 ਹੈ, ਤਾਂ ਉਹਨੂੰ ਮੈਂ ਲਿਖ ਸਕਦਾ ਮੈਂ -1 ਇੰਟੂ 1/2। 1/2 ਦੀ ਵੈਲਿਊ ਹੁੰਦੀ ਆ ਪਾਈ ਬਾਈ 3, cos ਪਾਈ ਬਾਈ 3, ਸੌਰੀ ਨਾਟ ਓਨਲੀ ਪਾਈ ਬਾਈ 3। ਮਾਈਨਸ ਨੂੰ ਸ਼ਿਫਟ ਕਰਨ ਦੇ ਲਈ ਮੈਂ ਇਹਨੂੰ ਕੀ ਕਰੂੰਗਾ, ਪਾਈ ਮਾਈਨਸ ਪਾਈ ਬਾਈ 3, ਤਾਂ ਇਹਨੂੰ ਲਿਖੂੰਗਾ cos ਪਾਈ ਮਾਈਨਸ ਪਾਈ ਬਾਈ 3, ਜਿਵੇਂ ਕਿ ਆਪਾਂ ਪ੍ਰੀਵੀਅਸ ਕੁਐਸਚਨਸ 'ਚ ਕਰਦੇ ਆਏ ਹਾਂ, ਹੈ ਨਾ। ਇਟ ਵਿਲ ਬਿਕਮਸ 2 ਪਾਈ ਬਾਈ 3, ਤਾਂ ਇਹਦਾ ਮਤਲਬ ਇਹਦੀ ਵੈਲਿਊ ਮੈਨੂੰ ਕਿੰਨੀ ਮਿਲ ਗਈ, 2 ਪਾਈ ਬਾਈ 3। ਸਿਮਿਲਰਲੀ ਸਾਈਨ ਦੀ ਵੈਲਿਊ ਆਈ ਐਮ ਨਾਟ ਗੋਇੰਗ ਟੂ ਸੋਲਵ, ਯੂ ਵਿਲ ਗੈਟ ਦਿਸ ਵੈਲਿਊ ਇਜ਼ -ਪਾਈ ਬਾਈ 6। ਇਹਦੀ ਵੈਲਿਊ ਤੁਹਾਨੂੰ ਮਿਲੇਗੀ -ਪਾਈ ਬਾਈ 6। ਆਪਾਂ ਆਲਰੇਡੀ ਸੋਲਵ ਕਰ ਵੀ ਚੁੱਕੇ ਹਾਂ ਇੱਦਾਂ ਦਾ ਕੁਐਸਚਨ, ਤੁਹਾਨੂੰ ਯਾਦ ਹੋਣਾ ਇਸੇ ਐਕਸਰਸਾਈਜ਼ ਦਾ ਫਸਟ ਕੁਐਸਚਨ। ਠੀਕ ਹੈ, 3 ਵੈਲਿਊਜ਼ ਮਿਲ ਗਈਆਂ ਆਪਾਂ ਨੂੰ। ਪਹਿਲੀ ਵੈਲਿਊ ਮਿਲੀ ਹੈ ਪਾਈ ਬਾਈ 4, ਦੂਸਰੀ ਵੈਲਿਊ ਮਿਲੀ ਹੈ 2 ਪਾਈ ਬਾਈ 3, ਤੀਸਰੀ ਵੈਲਿਊ ਨੈਗੇਟਿਵ ਦੇ ਨਾਲ ਮਿਲੀ ਹੈ, ਇਸ ਲਈ -ਪਾਈ ਬਾਈ 6। ਆਫਟਰ ਹੈਵਿੰਗ ਦ ਐਲਸੀਐਮ ਆਫ these 3 terms you will get your answer 3 pi by 4. This will be the answer of your required question. ਇਹ required question ਦਾ ਤੁਹਾਡਾ ਆਨਸਰ ਆ। ਸੋ ਇੱਥੇ ਤੁਹਾਡਾ 11th ਕੁਐਸਚਨ ਓਵਰ ਹੋ ਜਾਂਦਾ ਹੈ। 12th ਕੁਐਸਚਨ ਦੇਖਦੇ ਹਾਂ ਰਾਜੇ। ਇਸ ਤੋਂ ਬਾਅਦ cos ਇਨਵਰਸ 1/2, ਪਹਿਲੀ ਵਾਰ ਉਹਨਾਂ ਨੇ cos ਜੋ ਹੈ ਬਿਨਾਂ ਨੈਗੇਟਿਵ ਤੋਂ ਦਿੱਤਾ ਆਪਾਂ ਨੂੰ। ਸੋ ਦਿਸ ਇੰਪਲਾਈਜ਼ ਆਪਾਂ ਵੀ ਥੋੜ੍ਹਾ ਜਿਹਾ ਸਿੰਪਲ ਚੱਲਦੇ ਹਾਂ, ਤਾਂ x ਦੀ ਵੈਲਿਊ ਮੈਨੂੰ ਕਲੀਅਰ ਘੱਟ ਆ ਵੀ ਪਾਈ ਬਾਈ 3 ਆਪਾਂ ਨੂੰ ਮਿਲ ਜਾਣੀ ਹੈ। ਠੀਕ ਹੈ, ਮਤਲਬ x ਕਿਹਦੇ ਇਕੁਅਲ ਸੀ, ਇਹਦੇ ਇਕੁਅਲ ਹੈ ਨਾ, ਤਾਂ ਇਹਦੀ ਵੈਲਿਊ ਮੈਨੂੰ ਕਿੰਨੀ ਮਿਲ ਗਈ, ਪਾਈ ਬਾਈ 3 ਮਿਲ ਚੁੱਕੀ ਆ। ਹੁਣ ਆਪਾਂ ਸਾਈਨ ਦੀ ਗੱਲ ਕਰਦੇ ਹਾਂ। ਸਾਈਨ ਵੀ ਉਹਨੇ ਬੜਾ ਸਿੰਪਲ ਜਿਹਾ ਦਿੱਤਾ, ਸਾਈਨ ਉਹਨੇ ਆਪਾਂ ਨੂੰ ਦਿੱਤਾ ਵਾ 1/2, ਤਾਂ ਉਹ ਕਿੰਨੇ ਤੇ ਹੋਏਗਾ ਆਪਣੇ ਕੋਲ, ਸਾਈਨ ਇਨਵਰਸ 1/2 ਹੋਏਗਾ ਪਾਈ ਬਾਈ 6 ਦੇ ਉੱਪਰ। ਤਾਂ ਇਹ ਫੰਕਸ਼ਨ ਬਣ ਗਿਆ ਪਾਈ ਬਾਈ 3 ਪਲੱਸ ਟਵਾਈਸ, ਆ 2 ਸੀ, ਠੀਕ ਹੈ, ਨਾਲ ਆਏਗਾ ਪਾਈ ਬਾਈ 6। ਤਾਂ ਇਹ ਹੋ ਗਿਆ ਪਾਈ ਬਾਈ 3 ਪਲੱਸ ਪਾਈ ਬਾਈ 3 ਹੋ ਗਿਆ ਨਾ, 2 ਨਾਲ 6 ਕੱਟ ਦੋ 3 ਤੇ, ਪਾਈ ਬਾਈ 3 ਪਲੱਸ ਪਾਈ ਬਾਈ 3, ਇਟ ਵਿਲ ਬੀ 2 ਪਾਈ ਬਾਈ 3. So this will be the answer of your required question. Afterwards only 2 MCQs are left. Let us see that 2 MCQ questions. MCQ questions ਦੇਖਦੇ ਹਾਂ, 4 ਆਪਸ਼ਨ ਦਿੱਤੇ ਹੋਏ ਆ ਬੁੱਕ ਦੇ ਵਿੱਚ। ਉਹ ਵੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ then put a like and share this video to the maximum students so that this video can help more and more.
ਬਾਕੀ ਸਟੂਡੈਂਟਸ ਦੀ ਵੀ ਹੈਲਪ ਕਰ ਸਕੇ, ਕਿਉਂਕਿ +2 ਦੇ ਵਿੱਚ ਫਾਰਮੂਲੇ ਯਾਦ ਰੱਖਣਾ ਬਹੁਤ ਟਿਪੀਕਲ ਹੋ ਜਾਂਦਾ, ਇਸ ਲਈ ਕੁਛ ਨਾ ਕੁਛ ਆਪਾਂ ਇਦਾਂ ਦਾ ਕਰਦੇ ਰਹਾਂਗੇ ਆਪਣੀਆਂ ਵੀਡੀਓਜ਼ 'ਚ ਵੀ ਆਪਾਂ ਨੂੰ ਕਨਸੈਪਟ ਜਿਹੜੇ ਹੈਗੇ ਆ ਉਹ ਟ੍ਰਿਕ ਦੇ ਨਾਲ ਯਾਦ ਹੁੰਦੇ ਰਹਿਣ। ਸੋ ਇਫ ਯੂ ਵਾਂਟ ਟੂ ਸਰਵ ਪੀਪਲਸ in this lockdown, then you can share my video as soon as possible, ठीक है, and put your like sign. Afterwards question number 13 ਦੀ ਗੱਲ ਕਰਦੇ ਹਾਂ ਆਪਾਂ। 13th question ਆਪਣੇ ਕੋਲ ਹੈ ਕੀ, ਸਾਈਨ ਇਨਵਰਸ x ਜੋ ਹੈ ਉਹ ਕਹਿੰਦਾ y ਦੇ ਇਕੁਅਲ ਕਦੋਂ ਹੋਏਗਾ, ਠੀਕ ਹੈ, ਉਹਦੀ ਆਪਾਂ ਗੱਲ ਕਰਾਂਗੇ। ਸਾਈਨ ਇਨਵਰਸ x ਇਜ਼ ਇਕੁਅਲ ਟੂ y, ਕਦੋਂ ਇਹ ਸਾਈਨ ਇਨਵਰਸ x ਆ। 13th question ਦੇਖੋ, ਉਹਨੇ ਪੁੱਛਿਆ ਸਾਈਨ ਇਨਵਰਸ x ਜੋ ਹੈ ਉਹ y ਦੇ ਇਕੁਅਲ ਕਦੇ ਹੋਊਗਾ, ਮਤਲਬ ਇਹਨੂੰ ਆਪਾਂ ਕਿੱਦਾਂ ਚੇਂਜ ਕਰ ਸਕਦੇ ਹਾਂ। ਵੀ ਨੋ ਦੈਟ ਰੇਂਜ ਆਫ ਪ੍ਰਿੰਸੀਪਲ ਬ੍ਰਾਂਚ, ਸਾਈਨ ਇਨਵਰਸ ਦੀ ਰੇਂਜ ਆਪਣੇ ਕੋਲ ਕੀ ਹੈ, -π/2 ਤੋਂ π/2 ਦੇ ਵਿੱਚ ਰੇਂਜ ਹੈ। ਤੇ ਆਪਾਂ ਇਸ ਫੰਕਸ਼ਨ ਦੀ ਵੈਲਿਊ ਇਕੁਏਟ ਕਦੋਂ ਕਰਦੇ ਹਾਂ, ਜਦੋਂ ਕੀ ਹੋਵੇ ਜਿਹੜੀ y ਦੀ ਵੈਲਿਊ ਆ ਉਹ ਇਹਨਾਂ ਦੋਨਾਂ ਨੂੰ ਕੀ ਕਰੇ। ਦੇਖੋ ਇਹ ਰੇਂਜ ਆਪਾਂ ਸਾਈਨ ਇਨਵਰਸ ਦੇ ਵਿੱਚ x ਪੁੱਟ ਕੀਤਾ, ਆਨਸਰ ਆਪਾਂ ਨੂੰ y ਮਿਲ ਰਿਹਾ, ਤਾਂ ਉਹ y ਆਨਸਰ ਕਦੋਂ ਮਿਲੂਗਾ, ਜਦੋਂ ਫੰਕਸ਼ਨ ਜਾਂ ਤਾਂ ਇਹਦੇ ਇਕੁਅਲ ਹੋਵੇ ਜਾਂ ਇਹਦੇ ਇਕੁਅਲ ਆਨਸਰ ਆਪਣਾ, ਜਾਂ ਫਿਰ ਇਹਨਾਂ ਦੋਨਾਂ ਦੇ ਵਿੱਚ ਲਾਈ ਕਰਦਾ ਹੋਵੇ। ਤਾਂ ਇਹਨੂੰ ਆਪਾਂ ਰਿਪਰੈਜ਼ੈਂਟ ਕਿਵੇਂ ਕਰਾਂਗੇ, ਇਫ -π/2 is less than or equal to y is less than or equals to π/2, क्योंकि closed interval है। सो ये देख लो ऑप्शन, आई थिंक ऑप्शन बी इज़ द करेक्ट फॉर दिस। आफ्टरवर्ड्स 14th क्वेश्चन की गल करते हैं। 14th क्वेश्चन उन्हें फिर एक आपां नूं क्वेश्चन ही देता, वो कहता 14th ਦੇ ਵਿੱਚ ਕੀ ਕਹਿ ਰਿਹਾ ਆਪਾਂ ਨੂੰ, tan इनवर्स √3 माइनस secant इनवर्स -2, ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈ। ਕਹਿੰਦਾ ਇਹਦੀ ਵੈਲਿਊ ਕਿਹਦੇ ਇਕੁਅਲ ਆਊਗੀ। ਫਿਰ ਆਪਾਂ ਇਹਨੂੰ ਸੋਲਵ ਵੀ ਕਰਾਂਗੇ ਕੁਐਸਚਨ ਨੂੰ। ਦੇਖੋ tan ਇਨਵਰਸ √3 ਇਹ ਤਾਂ ਸਿੰਪਲ ਹੈ, π/3 ਆ ਜਾਏਗਾ। ਸੀਕੈਂਡ ਇਨਵਰਸ -2 ਨੂੰ ਆਪਾਂ ਕੀ ਲਿਖ ਸਕਦੇ ਹਾਂ, ਸੀਕੈਂਡ ਆਪਾਂ ਨੂੰ ਪਤਾ ਵਾ ਵੀ ਸੈਕਿੰਡ ਕੁਆਡਰੈਂਟ 'ਚ ਨੈਗੇਟਿਵ ਹੁੰਦਾ ਵਾ, ਤਾਂ ਉਹਦੀ ਵੈਲਿਊ ਆਪਣੇ ਕੋਲ ਕਿੰਨੀ ਆਏਗੀ, π-π/3, ਕਿਉਂਕਿ 2 ਜਿਹੜਾ ਵਾ ਨਾ ਕੱਲੇ 2 ਦੀ ਗੱਲ ਕਰੂੰਗਾ ਉਹ π/3 ਦੇ ਉੱਪਰ ਹੁੰਦਾ ਹੈ। ਆਹ ਨੈਗੇਟਿਵ ਐਡਜਸਟ ਕਰਨ ਲਈ ਆਪਾਂ ਪਾਈ ਲਗਾਵਾਂਗੇ। ਥੋੜਾ ਸ਼ਾਰਟਕਟ ਯੂਜ਼ ਕਰ ਰਹੇ ਹਾਂ, ਤੁਸੀਂ ਸ਼ਾਰਟਕਟ ਨਹੀਂ ਯੂਜ਼ ਕਰ ਸਕਦੇ। ਤੁਸੀਂ ਇਸ ਕੁਐਸਚਨ ਨੂੰ ਜਿਵੇਂ ਮੈਂ ਬਾਕੀ ਦੇ ਕੁਐਸਚਨ ਤੁਹਾਨੂੰ ਪ੍ਰੋਪਰ ਵੇ ਨਾਲ ਕਰਾਏ ਆ, ਤੁਸੀਂ ਉਦਾਂ ਹੀ ਕਰਨਾ ਵਾ। ਸੋ ਇੱਥੇ ਆਪਣੇ ਕੋਲ ਵੈਲਿਊ ਕਿੰਨੀ ਆ ਜਾਏਗੀ, 2π/3। ਤਾਂ ਇਟ ਮੀਨਸ ਹੁਣ ਦੇਖੋ ਇੱਥੇ ਆਪਣੇ ਕੋਲ ਸੀਕੈਂਡ ਦੀ ਵੈਲਿਊ ਕਿੰਨੀ ਆ ਜਾਏਗੀ, 2π/3 ਆ ਜਾਏਗੀ। ਤਾਂ ਹੁਣ ਆਪਾਂ ਉੱਪਰ ਜੋ ਫੰਕਸ਼ਨ ਗਿਵਨ ਸੀ ਇਹਦੇ 'ਚ ਵੈਲਿਊਜ਼ ਪੁੱਟ ਕਰਾਂਗੇ, π/3 -2π/3। ਆਫਟਰ ਸੋਲਵਿੰਗ ਦਿਸ ਯੂ ਵਿਲ ਹੈਵ ਯਰ -π/3 ਐਜ਼ ਅ ਆਂਸਰ। ਸੋ ਹੇਅਰ your exercise is completed from my side, or we can say ਚੈਪਟਰ ਹੀ ਕੰਪਲੀਟ ਹੋ ਗਿਆ CBSE ਦੇ ਸਿਲੇਬਸ ਦੇ ਅਕੋਰਡਿੰਗ। ਸੋ ਇਹਨੂੰ ਚੰਗੀ ਤਰ੍ਹਾਂ ਪ੍ਰੋਪਰ ਵੇ ਨਾਲ ਤੁਸੀਂ ਕਰਨਾ, ਸਮਝਣਾ ਵਾ। ਆਈ ਹੋਪ ਸੋ ਯੂ ਆਰ ਏਬਲ ਟੂ ਡੂ ਦਿਸ ਚੈਪਟਰ ਇਨ ਅ ਗੁੱਡ ਮੈਨਰਸ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।